ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਨ ਪਾਈਏ। ਪਹਿਲੇ ਪਾਤਸ਼ਾਹੀ ਦੇ ਲਿਖੇ ਹੋਏ ਇਸ ਸ਼ਲੋਕ ਦੇ ਵਿੱਚੋਂ ਬੜਾ ਕੁਝ ਸਾਂਭਣ ਨੂੰ, ਸਿੱਖਣ ਨੂੰ, ਜੀਵਨ ਜਾਚ ਦਾ ਹਿੱਸਾ ਬਣਾਉਣ ਨੂੰ ਮਿਲਦਾ ਹੈ। ਇਸ ਵਕਤ ਜਦੋਂ ਤੁਹਾਡੇ ਮੁਖਾਤਬ ਹੋਇਆ, ਤੁਹਾਡੇ ਨਾਲ ਰੂਬਰੂ ਹੋਇਆ, ਤਾਂ ਪਵਿੱਤਰ ਬੜੂ ਸਾਹਿਬ ਦੀ ਧਰਤੀ ਦੇ ਉੱਤੇ ਬੈਠਾ, ਜਿੱਥੋਂ ਇੱਕ ਉਹ ਰਵਾਇਤ ਚੱਲੀ ਜਿਹੜੀ ਸੰਤ ਬਾਬਾ ਤੇਜਾ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਨਾਲ ਨਾਲ ਚੱਲਦੀ ਹੋਈ ਬਾਬਾ ਇਕਬਾਲ ਸਿੰਘ ਜੀ ਤੋਂ ਅੱਗੇ ਚੱਲ ਕੇ ਪੰਜਾਬ ਦੇ ਵਿੱਚ, ਮੈਂ ਪੰਜਾਬ ਨੂੰ ਫੋਕਸ ਇਸ ਕਰਕੇ ਕਹਿ ਰਿਹਾ ਕਿ ਪੰਜਾਬ ਦੇ ਵਿੱਚੋਂ ਉਹ ਰਵਾਇਤ ਜਦੋਂ ਤੁਰ ਕੇ ਅੱਗੇ ਆਈ ਤਾਂ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਗੱਲਾਂ ਹੋਣੀਆਂ ਸ਼ੁਰੂ ਹੋਈਆਂ ਕਿ ਅਕੈਡਮੀਆਂ ਖੁੱਲ੍ਹੀਆਂ ਕਿਹਨਾਂ ਦੀਆਂ? ਬੜੂ ਸਾਹਿਬ ਵਾਲੇ ਬਾਬਿਆਂ ਦੀਆਂ। ਅੱਜ 129 130 ਦੇ ਕਰੀਬ ਅਕੈਡਮੀਆਂ ਦੀ ਇੱਕ ਚੇਨ ਪੂਰੇ ਭਾਰਤ ਦੇ ਵਿੱਚ, 2 ਯੂਨੀਵਰਸਿਟੀਆਂ ਮਾਣਮੱਤੇ ਤਰੀਕੇ ਨਾਲ ਕੰਮ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ। ਪਰ ਬੜੇ ਦੁੱਖ ਨਾਲ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਪੈ ਰਹੀ ਹੈ ਕਿ ਬਾਬਾ ਇਕਬਾਲ ਸਿੰਘ ਜੀ ਬੇਸ਼ੱਕ ਸਰੀਰਕ ਤੌਰ ਦੇ ਉੱਤੇ ਸੰਸਾਰਿਕ ਯਾਤਰਾ ਨੂੰ ਪੂਰੀ ਕਰਦੇ ਹੋਏ ਵਾਹਿਗੁਰੂ ਦੇ ਚਰਨਾਂ 'ਚ ਜਾ ਬਿਰਾਜੇ ਨੇ, ਪਰ ਜਿਹੜੇ ਉਹਨਾਂ ਦੇ ਕਾਰਜ ਨੇ ਉਹ ਹਮੇਸ਼ਾ ਸਾਡੇ ਅੰਗ ਸੰਗ ਨੇ। ਉਹਨਾਂ ਦੇ ਕਾਰਜਾਂ ਦੇ ਵਿੱਚੋਂ ਇਹ ਸ਼ੁਰੂ ਕੀਤੀ ਹੋਈ ਸੰਸਥਾ ਅੱਜ ਇੱਕ ਵੱਡੇ ਰੁੱਖ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ। ਉਸ ਦੀ ਛਾਂ ਥੱਲੇ ਅਸੀਂ ਜਦੋਂ ਸਾਰੀ ਦੁਨੀਆ 'ਚ ਘੁੰਮ ਕੇ ਵੇਖਦੇ ਹਾਂ ਤਾਂ ਇੱਥੋਂ ਦੇ ਪੜ੍ਹੇ ਹੋਏ ਸਿੱਖਿਆਰਥੀ ਬੱਚੇ ਵੱਖ-ਵੱਖ ਖੇਤਰਾਂ 'ਚ ਜਦੋਂ ਸੇਵਾ ਨਿਭਾਉਂਦੇ ਹੋਏ ਨਜ਼ਰ ਆਉਂਦੇ ਹੈ ਤਾਂ ਫਿਰ ਪਤਾ ਲੱਗਦਾ ਹੈ ਕਿ ਮਿਹਨਤ ਦਾ ਅਸਲੀ ਮਕਸਦ ਕਦੋਂ ਪੂਰਾ ਹੁੰਦਾ। ਡਾਕਟਰ ਸੁਰਜੀਤ ਪਾਤਰ ਹੋਰਾਂ ਨੇ ਲਿਖਿਆ ਸੀ ਕਿ ਜੋ ਮੱਥੇ 'ਚੋਂ ਫੁੱਟਦੀ ਹੈ, ਜੋ ਮੱਥੇ 'ਚੋਂ ਫੁੱਟਦੀ ਹੈ ਲੌ ਉਹੀ ਅਸਲੀ ਤਾਜ ਹੁੰਦੀ ਹੈ। ਤੱਤੀ ਤਵੀ 'ਤੇ ਬੈਠ ਕੇ ਸੱਚੇ ਪਾਤਸ਼ਾਹ ਬਣਦੇ, ਅਸੀਂ ਤਾਂ ਸੋਚਿਆ ਬਣੀਏ ਤੁਹਾਡੇ ਪਿਆਰ ਦਾ ਪਾਤਰ, ਕਦੇ ਨਾ ਸੋਚਿਆ ਉਹ ਬਣਦੇ ਜਾਂ ਆਹ ਬਣਦੇ। ਜਦੋਂ ਬਾਬਾ ਇਕਬਾਲ ਸਿੰਘ ਜੀ ਸਰੀਰਕ ਰੂਪ ਦੇ ਵਿੱਚ, ਸੰਸਾਰਕ ਰੂਪ ਦੇ ਵਿੱਚ ਸਾਡੇ ਦਰਮਿਆਨ ਨਹੀਂ, ਤਾਂ ਉਹਨਾਂ ਤੋਂ ਬਾਅਦ ਕਾਰਜ ਭਾਗ, ਜ਼ਿੰਮੇਵਾਰੀ, ਸੇਵਾ ਵੀਰ ਜੀ ਡਾਕਟਰ ਦਵਿੰਦਰ ਸਿੰਘ ਹੋਰਾਂ ਦੇ ਹਿੱਸੇ ਆਈ ਹੈ। ਆਓ ਡਾਕਟਰ ਦਵਿੰਦਰ ਸਿੰਘ ਹੋਰਾਂ ਨਾਲ ਜੁੜਦੇ ਹਾਂ, ਉਸ ਤੋਂ ਬਾਅਦ ਅਗਲੀ ਦੀਆਂ ਗੱਲਾਂ ਬਾਤਾਂ। ਬਹੁਤ ਸਵਾਗਤ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਫ਼ਰ ਤੁਹਾਡਾ ਬਹੁਤ ਦੇਰ ਦਾ ਹੈ, ਬਾਬਾ ਜੀ ਨਾਲ ਜੁੜਨ ਦਾ, ਕਲਗੀਧਰ ਟਰੱਸਟ ਨਾਲ ਜੁੜਨ ਦਾ, ਬੜੂ ਸਾਹਿਬ ਨਾਲ ਜੁੜਨ ਦਾ, ਸਮੇਤ ਪਰਿਵਾਰ ਜੁੜੇ ਤੁਸੀਂ, ਭੈਣ ਜੀ ਵੀ ਇੱਥੇ ਸੇਵਾ ਨਿਭਾ ਰਹੇ ਆ। ਬਾਬਾ ਜੀ ਦਾ ਇਸ ਵਕਤ ਸਰੀਰਕ ਰੂਪ ਦੇ ਵਿੱਚ ਜਾਂ ਸੰਸਾਰਕ ਰੂਪ ਦੇ ਵਿੱਚ ਨਾ ਹੋਣਾ ਸਾਡੇ ਨਾਲ ਕਿੱਦਾਂ ਦਾ ਇੱਕ ਮਹਿਸੂਸ ਜਾਂ ਇਹ ਕਿੱਦਾਂ ਦਾ ਲੱਗਦਾ ਹੈ? ਇਹ ਸਵਾਲ ਸਿਰਫ ਤੁਹਾਡੇ ਲਈ ਨਹੀਂ ਹੈ, ਇਹ ਭਾਵਨਾਵਾਂ ਤੁਹਾਡੇ ਰਾਹੀਂ ਸਾਰੀ ਸੰਗਤ ਲਈ ਨੇ। ਵੀਰ ਜੀ, ਮਹਾਪੁਰਸ਼ ਹਮੇਸ਼ਾ ਕਿਹਾ ਕਰਦੇ ਸੀ ਕਿ ਸੰਤ ਸਰੀਰ ਰੂਪ ਨਹੀਂ ਹੁੰਦੇ, ਸ਼ਬਦ ਰੂਪ ਹੁੰਦੇ ਹਨ। ਸੋ ਜਿਤਨੇ ਵੀ ਸੇਵਾਦਾਰ ਬੜੂ ਸਾਹਿਬ ਦੇ ਨਾਲ ਜੁੜੇ ਹੋਏ ਹਨ ਜਾਂ ਬੜੂ ਸਾਹਿਬ ਸੰਸਥਾ ਵਿੱਚ ਕਾਰਜ ਕਰ ਰਹੇ ਹਨ ਜਾਂ ਮਹਾਪੁਰਸ਼ਾਂ ਦੇ ਜੋ ਸੇਧ ਦਿੱਤੀ ਹੈ, ਜੋ ਕਾਰਜ ਸ਼ੁਰੂ ਕੀਤੇ ਹਨ, ਉਹਨਾਂ ਨੂੰ ਮੁਕੰਮਲ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਸੀਂ ਸਾਰਿਆਂ ਵਾਸਤੇ ਬਾਬਾ ਇਕਬਾਲ ਸਿੰਘ ਸ਼ੁਰੂ ਤੋਂ ਹੀ ਕਰਤਾ ਵੀ ਸੀ ਅਤੇ ਕਰਨਹਾਰ ਵੀ ਸੀ। ਹੁਣ ਵੀ ਸਾਰੇ ਕਾਰਜ ਉਹ ਆਪ ਹੀ ਕਰਾ ਰਹੇ ਹਨ, ਸਾਰੇ ਕਾਰਜ ਉਹਨਾਂ ਦੀ ਸਰਪ੍ਰਸਤੀ ਹੇਠ ਹੀ ਹੋ ਰਹੇ ਹਨ, ਉਹ ਉਸੇ ਤਰ੍ਹਾਂ ਹੁੰਦੇ ਰਹਿਣਗੇ। ਸੋ ਮਹਾਪੁਰਸ਼ਾਂ ਦਾ ਜੋ ਜੀਵਨ ਹੁੰਦਾ ਹੈ ਉਹੀ ਸਾਡੇ ਵਾਸਤੇ ਸੇਧ ਬਣ ਜਾਂਦੀ ਹੈ, ਉਹੀ ਸਾਡੇ ਵਾਸਤੇ ਸ਼ਬਦ ਰੂਪ ਹੋ ਜਾਂਦਾ ਹੈ, ਸਾਡੇ ਵਾਸਤੇ ਉਹੀ ਦਿਸ਼ਾ ਮਿਲ ਜਾਂਦੀ ਹੈ ਕਿ ਅਸੀਂ ਕਿਸ ਤਰ੍ਹਾਂ ਇਹ ਪਰਉਪਕਾਰ ਦੇ ਕੰਮ ਅੱਗੇ ਲੈ ਕੇ ਜਾਣੇ ਹਨ ਔਰ ਕਿਸ ਤਰ੍ਹਾਂ ਇਹ ਸੇਵਾਵਾਂ ਉਹਨਾਂ ਦੀ ਸੇਧ ਅਨੁਸਾਰ ਚਲਦੀਆਂ ਰਹਿਣ। ਨਵੀਂ, ਕਿਉਂਕਿ ਹੁਣ ਇਹ ਸੇਵਾ ਦੀ ਸਾਰਾ ਭਾਰ ਤੁਹਾਡੇ ਦੇ ਉੱਤੇ ਆਇਆ, ਜ਼ਿੰਮੇਵਾਰੀ ਤੁਹਾਡੇ 'ਤੇ ਆਈ ਹੈ, ਬਾਬਾ ਜੀ ਦਾ ਥਾਪੜਾ ਹੈ, ਉਹਨਾਂ ਦਾ ਆਸ਼ੀਰਵਾਦ ਨਾਲ ਹੈ। ਕਿੱਦਾਂ ਦਾ ਮਹਿਸੂਸ ਹੋ ਰਿਹਾ? ਕਿਉਂਕਿ ਸਾਰਾ ਕੁਝ ਹੁਣ ਤੁਹਾਡੇ ਕੋਲੇ ਆਇਆ। ਹੁਣ ਜਿੱਥੇ ਪਹਿਲਾਂ ਤੁਹਾਨੂੰ ਬਾਬਾ ਜੀ ਨੂੰ ਦੇਖਿਆ ਜਾਂਦਾ ਸੀਗਾ ਸੰਗਤ ਰੂਪ, ਹੁਣ ਤੁਹਾਨੂੰ ਉੱਥੋਂ ਉਹ ਆਸਾਂ, ਉਹ ਇੱਛਾਵਾਂ ਤੁਹਾਡੇ ਤੋਂ ਹੋਣਗੀਆਂ। ਮਹਾਪੁਰਸ਼ ਆਪ ਹੀ ਕਰਾ ਰਹੇ ਸੀ, ਹੁਣ ਵੀ ਆਪ ਹੀ ਕਰਾਉਣਗੇ ਜੀ। ਅਸੀਂ ਸਾਡੇ ਵਾਸਤੇ ਮਹਾਪੁਰਸ਼ਾਂ ਨੇ ਇੱਕੋ ਹੀ ਆਦੇਸ਼ ਦਿੱਤਾ ਸੀ ਕਿ ਤੁਸੀਂ ਸਾਰਿਆਂ ਨੇ ਮਿਲ ਕੇ ਰਹਿਣਾ,
ਤੇ ਜਿਸ ਦਿਸ਼ਾ 'ਤੇ ਸਾਨੂੰ ਉਹਨਾਂ ਨੇ ਤੋਰਿਆ ਸੀ ਅਸੀਂ ਉਸ ਦਿਸ਼ਾ 'ਤੇ ਤੁਰਨਾ ਹੈ। ਜੀ। ਦਾਸ ਇਹ ਮਹਿਸੂਸ ਹੀ ਨਹੀਂ ਕਰਦਾ ਕਿ ਸਾਰੀ ਜ਼ਿੰਮੇਵਾਰੀ ਮੇਰੇ ਇਕੱਲੇ ਦੇ ਮੋਢੇ 'ਤੇ ਹੈ। ਇਹ ਸਾਰੀ ਜ਼ਿੰਮੇਵਾਰੀ ਮਹਾਂਪੁਰਸ਼ ਆਪ ਨਿਭਾ ਰਹੇ ਹਨ ਤੇ ਸਾਰੇ ਸੇਵਾਦਾਰ ਜਿੰਨੇ ਵੀ ਇਸ ਵਿੱਚ ਲੱਗੇ ਹੋਏ ਹਨ ਸਾਰੇ ਮਿਲ ਕੇ ਇੱਕਮਿਕ ਹੋ ਕੇ ਅਸੀਂ ਉਹ ਜੋ ਸਾਡਾ ਟੀਚਾ ਹੈ ਉਹ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਆਫਟਰ ਕੋਵਿਡ ਕਰੋਨਾ ਕਾਲ ਨੇ ਸਾਰੇ ਸੰਸਾਰ ਨੂੰ ਰੋਕਿਆ। ਓਬਵੀਅਸਲੀ ਹੈ ਕਿ ਉਸ ਦਾ ਕੁਛ ਨਾ ਕੁਛ ਅਸਰ ਪ੍ਰਭਾਵ ਸਾਡੇ ਤੇ ਵੀ ਪਿਆ ਹੋਏਗਾ, ਸਾਰੀ ਸੰਸਥਾ ਦੇ ਉੱਤੇ ਪਿਆ ਹੋਏਗਾ। ਬਹੁਤ ਵੱਡਾ ਕਾਰਜ ਹੈ। ਹੁਣ ਦੁਬਾਰਾ ਤੋਂ ਫਿਰ ਓਮਿਕਰੋਨ ਦੇ ਨਾਂ ਦੇ ਉੱਤੇ ਜਾਂ ਉਸ ਬਿਮਾਰੀ ਦੇ ਚੁੰਗਲ ਦੇ ਵਿੱਚ ਆਪਾਂ ਫਸਦੇ ਜਾ ਰਹੇ ਹਾਂ। ਬਾਬਾ ਜੀ ਦੇ ਜਾਣ ਤੋਂ ਬਾਅਦ ਜਾਂ ਹੁਣ ਅਗਲੇਰੇ ਜਿਹੜੇ ਸਾਡੀਆਂ ਪਲੈਨਿੰਗਸ ਨੇ, ਵਰਕ ਮੋਡ ਸਾਡਾ ਕਰੋਨਾ ਤੋਂ ਉੱਭਰਨ ਤੋਂ ਲੈ ਕੇ ਆਰਥਿਕ ਰੂਪ ਦੇ ਵਿੱਚ ਅੱਗੇ ਲਿਜਾਣਾ ਸੰਸਥਾਵਾਂ ਨੂੰ, ਕਿਉਂਕਿ ਮੈਨੂੰ ਵੀ ਪਤਾ ਕਿ ਸੰਸਥਾਵਾਂ ਬਹੁਤ ਸਾਰੇ ਆਰਥਿਕ ਰੂਪ ਦੇ ਵਿੱਚ ਬਹੁਤ ਸਾਰੀਆਂ ਘਾਟੇ ਦੇ ਵਿੱਚ ਚੱਲ ਰਹੀਆਂ ਨੇ। ਇਹ ਕਿੰਨੇ ਕੁ ਔਖੇ ਕਾਰਜ ਹੋਣਗੇ, ਕਿੰਨੇ ਕੁ ਔਖੇ ਚੈਲੰਜ ਹੋਣਗੇ? ਟੈਕਨੀਕਲੀ ਇਹਨਾਂ ਨੂੰ ਸੌਟ ਆਊਟ ਕਰਨਾ ਬੜਾ ਜ਼ਰੂਰੀ ਤੇ ਲਾਜ਼ਮੀ ਹੋ ਜਾਂਦਾ ਹੈ। ਜੀ, ਜਿਸ ਵੇਲੇ ਇਹ ਕੋਰੋਨਾ ਦੀ ਮਹਾਮਾਰੀ ਆਈ, ਕੁਦਰਤੀ ਐਸਾ ਕੋਈ ਸਬਬ ਬਣਿਆ ਕਿ ਸਾਨੂੰ ਮਹਾਰਾਜ ਨੇ ਇਤਨੀ ਸੋਝੀ ਦੇ ਦਿੱਤੀ। ਪੂਰੀ ਦੁਨੀਆ ਵਿੱਚ ਅਸੀਂ ਦੇਖ ਰਹੇ ਸੀ ਮਹਾਮਾਰੀ ਕਿਸ ਤਰ੍ਹਾਂ ਫੈਲ ਰਹੀ ਹੈ, ਕਿਸ ਤਰ੍ਹਾਂ ਲਾਕਡਾਊਨ ਹੋ ਰਹੇ ਹਨ। ਅਤੇ ਜਿਸ ਵੇਲੇ 19 ਜਾਂ 20 ਮਾਰਚ ਨੂੰ ਲਾਕਡਾਊਨ ਅਨਾਊਂਸ ਕੀਤਾ ਪ੍ਰਾਈਮ ਮਿਨਿਸਟਰ ਨੇ, ਅਤੇ ਅਸੀਂ ਬੈਠ ਕੇ ਸਾਰੇ ਸੇਵਾਦਾਰਾਂ ਨੇ ਮਹਾਂਪੁਰਸ਼ਾਂ ਦੇ ਨਾਲ ਬੈਠ ਕੇ ਮੀਟਿੰਗ ਕੀਤੀ ਅਤੇ ਅਸੀਂ ਇਹ ਨਿਰਣੇ ਲੈ ਲਿਆ ਕਿ ਇਹ 15 ਦਿਨ ਦੀ ਖੇਡ ਨਹੀਂ ਹੈ, ਇਹ ਲੰਬਾ ਚਲੇਗਾ। ਜਿਸ ਤਰ੍ਹਾਂ ਬਾਕੀ ਮੁਲਕਾਂ ਵਿੱਚ ਹੋਇਆ, ਜੇ ਅਸੀਂ ਉੱਥੋਂ ਸੇਧ ਲੈ ਲਈਏ ਤਾਂ ਲੰਬਾ ਚਲੇਗਾ। ਸੋ ਅਸੀਂ ਉਦੋਂ ਹੀ ਇਹ ਨਿਰਣੇ ਲੈ ਲਿਆ ਸੀ ਕਿ ਅਸੀਂ ਉਸ ਹਿਸਾਬ ਨਾਲ ਆਪਣੀ ਆਰਥਿਕ ਪਲੈਨਿੰਗ ਕਰਨੀ ਹੈ, ਉਸੇ ਹਿਸਾਬ ਨਾਲ ਅਸੀਂ ਆਪਣੀ ਐਜੂਕੇਸ਼ਨਲ ਡਿਲੀਵਰੀ ਸਿਸਟਮ ਨੂੰ ਇੰਪਰੂਵ ਕਰਨਾ ਹੈ। ਮਹਾਰਾਜ ਦੀ ਬੜੀ ਬਖਸ਼ਿਸ਼ ਹੈ ਕਿ ਅਸੀਂ ਸਾਡਾ 20 ਤਰੀਕ ਜਾਂ 21 ਤਰੀਕ ਨੂੰ ਅਨਾਊਂਸ ਹੋਇਆ ਇਹ ਲਾਕਡਾਊਨ, ਅਤੇ 25 ਤਰੀਕ ਤੋਂ ਸਾਡੇ ਸਕੂਲਾਂ ਵਿੱਚ ਆਨਲਾਈਨ ਕਲਾਸਿਸ ਆਰੰਭ ਹੋ ਗਈਆਂ ਸੀ। ਇਹ ਦੂਰਅੰਦੇਸ਼ੀ ਪਹਿਲਾਂ ਤੋਂ ਹੀ ਅਸੀਂ ਮੈਨੂੰ ਨਹੀਂ ਲੱਗਦਾ ਕਿ ਪੂਰੀ ਦੁਨੀਆ ਵਿੱਚ ਇਤਨਾ ਕੁਇਕ ਰਿਸਪੌਂਸ, ਜਿੱਥੇ ਕਿ ਬਿਲਕੁਲ ਵੀ ਪ੍ਰਾਇਰ ਪ੍ਰੈਪਰੇਸ਼ਨ ਨਹੀਂ ਸੀ, ਪਰ ਸਾਡੇ ਟੀਚਰ ਸਾਹਿਬਾਨ, ਸਾਡੇ ਪ੍ਰਿੰਸੀਪਲ ਸਾਹਿਬਾਨ ਸਕੂਲਾਂ ਦੇ ਇਤਨੇ ਉਤਸ਼ਾਹਿਤ ਸੀ ਕਿ ਅਸੀਂ ਬੱਚਿਆਂ ਨੂੰ ਸੰਭਾਲਣਾ ਹੈ। ਸਾਡੀ ਇੱਕੋ ਖਿੱਚ ਸੀ ਕਿ ਬੜੀ ਮਿਹਨਤ ਨਾਲ ਅਸੀਂ ਸਾਰੇ ਸਕੂਲਾਂ ਵਿੱਚ ਰੋਜ਼ ਨਿਤਨੇਮ ਕਰਾ ਕੇ ਬੱਚਿਆਂ ਤੋਂ, ਉਸ ਤੋਂ ਉਪਰੰਤ ਅਸੀਂ ਦੁਨਿਆਵੀ ਵਿੱਦਿਆ ਪ੍ਰਦਾਨ ਕਰਦੇ ਹਾਂ। ਅਤੇ ਜੇ ਉਹ ਰੂਟੀਨ ਟੁੱਟ ਜਾਂਦਾ ਹੈ ਫਿਰ ਸਾਡਾ ਬਹੁਤ ਲਾਸ ਹੋ ਜਾਂਦਾ ਹੈ। ਇਸ ਲਈ ਅਸੀਂ ਇਸ ਚੀਜ਼ ਨੂੰ ਦ੍ਰਿੜ ਕਰ ਲਿਆ ਕਿ ਜਲਦੀ ਤੋਂ ਜਲਦੀ ਅਸੀਂ ਬੱਚਿਆਂ ਨੂੰ ਆਨਲਾਈਨ ਸੰਪਰਕ ਕਰਨਾ ਸ਼ੁਰੂ ਕਰਤਾ। ਸੋ ਵਿਦਿਨ 5 ਡੇਜ਼ ਸਾਡੀ ਪਹਿਲੀ ਕਲਾਸ ਲੱਗਣੀ ਸ਼ੁਰੂ ਹੋ ਗਈ ਸੀ, ਅਤੇ ਉਸ ਤੋਂ ਬਾਅਦ ਅਸੀਂ 5 ਹਫ਼ਤਿਆਂ ਬਾਅਦ ਤੱਕ ਅਸੀਂ ਜਿੱਦਾਂ ਫਸਟ ਵੀਕ ਆਫ ਮਈ ਵਿੱਚ ਅਸੀਂ ਆਨਲਾਈਨ ਇਵੈਲੂਏਸ਼ਨ ਵੀ ਕਰ ਲਈ ਸੀ ਕਿ ਅਸੀਂ 1 ਮਹੀਨੇ 'ਚ ਕੀ ਪੜ੍ਹਾਈ ਕਰਾਈ ਹੈ। ਕੀ ਬਾਤ, ਬਹੁਤ ਅੱਛਾ। ਸੋ 50,000 ਬੱਚਾ ਸਾਡਾ ਐਨਰੋਲਡ ਸੀਗਾ। ਉਸ 50,000 ਬੱਚਿਆਂ 'ਚੋਂ ਛੋਟੇ ਬੱਚੇ ਨਰਸਰੀ ਕੇ ਜਿਹੜੇ ਛੋੜਤੇ, ਉਸ ਤੋਂ ਇਲਾਵਾ 40,000 ਬੱਚਿਆਂ ਦੀ ਉਹ ਆਨਲਾਈਨ ਇਵੈਲੂਏਸ਼ਨ ਹੋਈ ਸੀ। ਉਸ ਸਮੇਂ ਜਿਸ ਸਮੇਂ ਬਾਕੀ ਦੁਨੀਆ ਵਿੱਚ ਸਕੂਲੀ ਲੈਵਲ 'ਤੇ ਆਨਲਾਈਨ ਵਿੱਦਿਆ ਦੇਣ ਦੀ ਅਜੇ ਸੋਚ ਵੀ ਨਹੀਂ ਸ਼ੁਰੂ ਹੋਈ ਸੀ। ਮੈਨੂੰ ਯਾਦ ਹੈ ਕਿ ਮੇਰੇ ਵੀਰ ਜਸਪਾਲ ਸਿੰਘ ਜੀ USA ਜਿਹੜੇ ਸੈਕਰੇਮੈਂਟੋ ਰਹਿੰਦੇ ਹੈਗੇ, ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਬਈ ਅਸੀਂ ਇੱਥੇ ਆਨਲਾਈਨ ਕਲਾਸਿਸ ਕਰਵਾ ਰਹੇ ਹਾਂ। ਅਤੇ ਉਹਨਾਂ ਨੇ ਕਿਹਾ ਬਈ ਮੇਰਾ ਇੱਥੇ ਤਾਂ ਕੋਈ ਸਿਸਟਮ ਨਹੀਂ ਆਨਲਾਈਨ ਕਲਾਸਿਸ ਦਾ, ਹਾਲੇ USA ਨਹੀਂ ਬਣਿਆ ਸੀਗਾ ਜੀ। ਅਤੇ ਕਿਉਂ ਨਾ ਮੇਰਾ ਜਿਹੜਾ ਲੜਕਾ 6ਵੀਂ 'ਚ ਹੈਗਾ, ਤੁਹਾਡੀ ਮੈਥ ਦੀ ਔਰ ਸਾਇੰਸ ਦੀ ਅਤੇ ਪੰਜਾਬੀ ਦੀ ਕਲਾਸ ਅਟੈਂਡ ਕਰ ਲਵੇ। ਸੋ ਸਾਨੂੰ ਇਹ ਬੜਾ ਅੱਛਾ ਲੱਗਿਆ ਆਈਡੀਆ। ਅਤੇ ਉਹ ਜੇ ਸਾਡੀ ਕਲਾਸ 6ਵੀਂ ਦੀ ਕਲਾਸ ਚੱਲ ਰਹੀ ਸੀ ਅਤੇ ਉਹ ਬੱਚੇ ਨੇ ਉੱਥੋਂ ਉਹ ਕਲਾਸ ਅਟੈਂਡ ਕੀਤੀ, USA ਤੋਂ ਸੈਕਰੇਮੈਂਟੋ ਬੈਠੇ ਹੋਏ ਉਹ ਕਲਾਸ ਉਹ ਅਟੈਂਡ ਕਰ ਰਿਹਾ ਸੀ। ਸੋ ਇਹ ਮਹਾਰਾਜ ਦੀ ਬਖਸ਼ਿਸ਼ ਹੈ ਸਾਡੇ ਟਰਸਟ 'ਤੇ। ਗੱਲ ਇਹ ਹੈ ਜੀ ਕਿ ਜੇ ਆਬਜੈਕਟਿਵ ਕਲੀਅਰ ਹੋਏ, ਆਬਜੈਕਟਿਵ ਹੈ ਪਰਉਪਕਾਰ ਦਾ, ਆਬਜੈਕਟਿਵ ਸੈਲਫ ਐਗਰੈਂਡਾਈਜ਼ਮੈਂਟ ਨਹੀਂ ਹੈ, ਨਾ ਹੀ ਪੈਸੇ ਕਮਾਉਣਾ ਆਬਜੈਕਟਿਵ ਹੈ। ਆਬਜੈਕਟਿਵ ਹੈ ਕਿ ਅਸੀਂ ਅੱਛੇ ਇਨਸਾਨ ਪੈਦਾ ਕਰਨੇ ਹੈ। ਸੋ ਉਸ ਆਬਜੈਕਟਿਵ ਨੂੰ ਜਦ ਅਸੀਂ ਅਚੀਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਰੂਹਾਨੀ ਤਾਕਤਾਂ ਖੁਦ ਬ ਖੁਦ ਨਾਲ
ਤੁਹਾਨੂੰ ਸਪੋਰਟ ਕਰਦੀ ਹੈ। ਬਿਲਕੁਲ ਕਰਦੀ, ਬਿਲਕੁਲ। ਅਦਰਵਾਈਜ਼ ਜੇ ਜਿੱਥੇ ਵੀ ਅਸੀਂ ਮਟੀਰੀਅਲ ਗੇਨਸ ਵਾਸਤੇ ਮਿਹਨਤ ਕਰ ਰਹੇ ਹੁੰਦੇ ਹਾਂ ਤੇ ਰੂਹਾਨੀ ਤਾਕਤਾਂ ਦੇ ਅਸੀਂ ਐਂਟੀ ਚੱਲ ਰਹੇ ਹੁੰਦੇ ਹਾਂ, ਸੂਨਰ ਔਰ ਲੇਟਰ ਉੱਥੇ ਕ੍ਰਾਈਸਿਸ ਹੋਣ ਦਾ ਚਾਂਸ ਹੋ ਜਾਂਦਾ ਹੈ। ਇੱਕ ਤੇ ਇਹ ਪਹਿਲੂ ਸੀ ਜਿੱਥੇ ਕਿ ਅਸੀਂ ਸੋ ਇਸ ਨਾਲ ਸਾਨੂੰ ਪੇਰੈਂਟਸ ਦੀ ਬਹੁਤ ਸਪੋਰਟ ਹੋ ਗਈ ਜੀ। ਫਿਰ ਕਿਉਂਕਿ ਸਾਡਾ ਇਹ ਕ੍ਰਿਟੀਕਲ ਟਾਈਮ ਹੁੰਦਾ ਹੈ, ਇਹ ਇਸ ਟਾਈਮ ਹਾੜੀ ਦੀ ਫਸਲ ਤਿਆਰ ਸੀ ਜੀ ਜੀ। ਸਾਡੀ ਫੀਸ ਸਾਲ 'ਚ 2 ਵਾਰੀ ਆਉਂਦੀ ਹੈ ਜੀ, ਜਾਂ ਹਾੜੀ ਦੇ ਸਾਹਮਣੇ ਤੇ ਜੀ। ਤੇ ਹਾੜੀ ਦੀ ਫਸਲ ਤਿਆਰ ਸੀ, ਫੀਸ ਆਣੀ ਸੀ, ਸਕੂਲ ਬੰਦ ਹੋ ਗਏ, ਪੈਸਾ ਤਾਂ ਸਾਡਾ ਸਰਕੂਲੇਸ਼ਨ 'ਚ ਹੀ ਹੁੰਦਾ, ਕੋਈ ਇਤਨੇ ਕੋਲ ਸਾਡੇ ਕੋਲ ਸਟਾਕਸ ਤੇ ਹੈ ਨਹੀਂ ਪੈਸੇ ਦੇ ਕੇ ਵੀ ਸਾਡਾ ਗੁਜ਼ਾਰਾ ਚੱਲਦਾ ਰਹੇ, ਅਸੀਂ ਆਪਣੀ ਖੋਲ੍ਹ ਲਈਏ ਭੰਡਾਰੇ। ਸੋ ਫਿਰ ਕਿਉਂਕਿ ਬੱਚਿਆਂ ਨੂੰ ਸੰਭਾਲ ਲਿਆ ਗਿਆ ਸੀਗਾ, ਰੈਗੂਲਰ ਬੱਚਿਆਂ ਦਾ ਨਿਤਨੇਮ ਕਰਵਾਉਂਦੇ ਸੀ ਟੀਚਰ, ਉਸ ਤੋਂ ਬਾਅਦ ਘਰ 'ਚ ਬੈਠੇ ਬੱਚੇ ਨਿਤਨੇਮ ਕਰਦੇ ਸੀ, ਬਕਾਇਦਾ ਤਿਆਰ ਹੋ ਕੇ, ਇਸ਼ਨਾਨ ਕਰਕੇ ਤਿਆਰ ਹੋ ਕੇ, ਯੂਨੀਫਾਰਮ ਪਾ ਕੇ ਘਰ 'ਚ ਬੈਠੇ ਉਹ ਆਨਲਾਈਨ ਕਲਾਸਿਸ ਅਟੈਂਡ ਕਰਦੇ ਸੀ, ਨਿਤਨੇਮ ਵੀ ਕਰਦੇ ਸੀ। ਸੋ ਇਸ ਨਾਲ ਪੇਰੈਂਟਸ ਦਾ ਬੜਾ ਉਹ ਸਾਨੂੰ ਉਹਨਾਂ ਨੇ ਸਪੋਰਟ ਕੀਤਾ ਤੇ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੇ ਪੇਰੈਂਟਸ ਦਾ ਬੱਚਿਆਂ ਦੇ ਕਿ ਉਹਨਾਂ ਨੇ ਸਾਨੂੰ ਫੀਸ ਦੇਣ ਵਿੱਚ ਝਿਜਕ ਬਹੁਤੀ ਨਹੀਂ ਕੀਤੀ। ਅਸੀਂ ਵੀ ਇਹ ਦੇਖ ਲਿਆ ਕਿ ਜਿਸ ਹਿਸਾਬ ਨਾਲ ਸਾਡਾ ਥੋੜ੍ਹਾ ਖਰਚਾ ਘੱਟ ਰਿਹਾ ਹੈ ਆਨਲਾਈਨ ਕਰਾਉਣ ਵਿੱਚ, ਤੇ ਅਸੀਂ ਵਿਦਆਊਟ ਦ ਪੇਰੈਂਟਸ ਆਸਕਿੰਗ ਫॉर ਕੰਸੈਸ਼ਨ ਅਸੀਂ ਆਪਣੇ ਆਪ ਕੰਸੈਸ਼ਨ ਅਨਾਊਂਸ ਕਰਤਾ 20 to 30% ਕੰਸੈਸ਼ਨ ਇਨ ਫੀਸ, ਕਿ ਬਈ ਲੋਕ ਵੀ ਪਰੇਸ਼ਾਨ ਹੈ ਤੇ ਅਸੀਂ ਆਪਣੇ ਆਪ ਅਨਾਊਂਸ ਕਰ ਦਿੱਤਾ। ਸੋ ਸਾਨੂੰ ਬਾਕੀ ਸਕੂਲਾਂ ਵਿੱਚ ਨੂੰ ਇਹ ਡਿਫਿਕਲਟੀ ਆ ਰਹੀ ਸੀ ਫੀਸ ਇਕੱਠੀ ਕਰਨ 'ਚ, ਮਹਾਰਾਜ ਦੀ ਬਖਸ਼ਿਸ਼ ਨਾਲ ਸਾਨੂੰ ਇਹ ਉਤਨੀ ਡਿਫਿਕਲਟੀ ਨਹੀਂ ਆਈ, ਵਿਸ਼ੇਸ਼ ਤੌਰ 'ਤੇ ਪੰਜਾਬ ਵਿੱਚ। ਮੈਂ ਥੋੜ੍ਹਾ ਜਿਹਾ ਰੋਕੂੰਗਾ, ਇਹ ਤਾਂ ਤੁਸੀਂ ਬੜੀ ਯੂਨੀਕ, ਮੈਨੂੰ ਮਤਲਬ ਪਹਿਲੀ ਵਾਰੀ ਪਤਾ ਲੱਗ ਰਿਹਾ, ਯੂਨੀਕ ਗੱਲ ਪਤਾ ਲੱਗ ਰਹੀ ਹੈ ਕਿ ਤੁਸੀਂ ਆਪਣੇ ਆਪ 20 to 30, 20 to 40% ਕੰਸੈਸ਼ਨ ਆਪਣੇ ਆਪ ਹੀ ਅਨਾਊਂਸ ਕਰ ਦਿੱਤਾ, ਜਿੱਥੇ ਲੋਕਾਂ ਨੇ, ਮਾਫ਼ ਕਰਨਾ, ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਅਕੈਡਮੀਜ਼ ਦੇ ਵਿੱਚ ਮਤਲਬ ਆਮ ਸਕੂਲਾਂ ਦੇ ਵਿੱਚ ਗੇੜੇ ਮਾਰੇ ਕਿ ਅਸੀਂ ਫੀ ਨਹੀਂ ਦੇਣੀ ਜਾਂ ਫੀ ਘੱਟ ਦੇਣੀ ਹੈ ਕਿਉਂਕਿ ਬੱਚੇ ਤਾਂ ਘਰੇ ਬੈਠੇ ਆ। ਇਹ ਸੋਚ ਕਿੱਥੋਂ ਆ ਗਈ ਸੀ ਕਿ ਅਸੀਂ ਆਪਣੇ ਆਪ ਹੀ ਕੰਸੈਸ਼ਨ ਪ੍ਰੋਵਾਈਡ ਕਰਵਾਈਏ ਜਾਂ ਸਾਡਾ ਫਰਜ਼ ਬਣਦਾ ਹੈ? ਵੀਰ ਜੀ ਕਿਉਂਕਿ ਕਮਾਊ ਸੰਸਥਾ ਨਹੀਂ ਹੈ ਨਾ ਜੀ, ਆਬਜੈਕਟਿਵ ਅਰਨਿੰਗ ਦਾ ਨਹੀਂ ਹੈ। ਠੀਕ ਹੈ, ਮਨੁੱਖਤਾ ਦਾ। ਜੇ ਸਾਡੇ ਕਿਸਾਨ ਵੀਰ ਪਰੇਸ਼ਾਨ ਹੈ, ਉਹਨਾਂ ਦੀ ਫਸਲ ਨਹੀਂ ਵਿਕ ਰਹੀ, ਉਹਨਾਂ ਨੂੰ ਡਿਫਿਕਲਟੀ ਆ ਰਹੀ ਹੈ, ਤੇ ਅਸੀਂ ਕਿਸ ਮੂੰਹ ਪੈਸੇ ਮੰਗੀਏ ਨਾ ਜੀ। ਸੋ ਆਬਜੈਕਟਿਵ ਇਹ ਸੀਗਾ, ਇਸ ਲਈ ਸਾਨੂੰ ਉਸ ਨਾਲ ਸਾਨੂੰ ਬਹੁਤ ਜ਼ਿਆਦਾ ਪੇਰੈਂਟਸ ਦੀ ਗੁੱਡਵਿਲ ਮਿਲੀ। ਫਿਰ ਪ੍ਰਿੰਸੀਪਲਸ ਨੇ ਇੰਪਲੋਰ ਕੀਤਾ, ਬੇਨਤੀ ਕੀਤੀ ਪੇਰੈਂਟਸ ਨੂੰ ਕਿ ਵੀ ਮੇਰੀ ਜਿਹੜੀ ਟੀਚਰਾਂ ਕੰਮ ਕਰ ਰਹੀ हैं और ਮੁਲਾਜ਼ਮ ਕੰਮ ਕਰ ਰਹੇ हैं उनसे तनख्वाहां ਤਾਂ ਹੀ ਦੇ ਪਾਵਾਂਗੇ ਜੇ ਤੁਸੀਂ ਫੀਸ ਦੋਗੇ, ਸਾਡੇ ਕੋਲ ਹੋਰ ਕੋਈ ਸਾਧਨ ਨਹੀਂ ਹੈ। ਸੋ ਮੋਸਟ ਪੇਰੈਂਟਸ ਨੇ ਸਾਨੂੰ ਉਸ ਵਿੱਚ ਕੋਆਪਰੇਟ ਕੀਤਾ ਤੇ ਇਹ ਸਮਾਂ ਹਟ ਗਿਆ। ਫਿਰ ਦਾਸ ਨੇ ਸਾਰੇ ਪੇਰੈਂਟਸ ਨੂੰ ਵੀ ਇਹ ਬੇਨਤੀ ਕੀਤੀ, ਸਾਰੇ ਟੀਚਰਸ ਨੂੰ ਅਸੀਂ ਮੀਟਿੰਗ ਲੈ ਕੇ ਪ੍ਰਿੰਸੀਪਲਾਂ ਦੇ ਨਾਲ ਆਨਲਾਈਨ ਜ਼ੂਮ ਮੀਟਿੰਗ ਕਰਕੇ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਵੀ ਟੀਚਰਾਂ ਨੂੰ ਸਮਝਾਓ ਕਿ ਥੋੜ੍ਹੀ ਬਹੁਤ ਉਹ ਵੋਲੰਟੈਰਲੀ ਤਨਖਾਹ ਆਪਣੀ ਘਟਾ ਲੈਣ ਤਾਂ ਕਿ ਅਸੀਂ ਰਿਸੋਰਸਿਸ ਮੈਚ ਕਰ ਸਕੀਏ। ਤੇ ਇਸ ਦੇ ਇਲਾਵਾ ਜਿਹੜੇ ਵੀ ਸਾਡੇ ਪੇਰੈਂਟਸ ਡਾਇਰੈਕਟਲੀ ਹਿੱਟ ਹੋਏ ਸੀਗੇ ਕੋਰੋਨਾ ਦੇ ਕਾਰਨ, ਜਿਨ੍ਹਾਂ ਦਾ ਲੇਬਰ ਦਾ ਕੰਮ ਹੈ, ਘਰੋਂ ਬਾਹਰ ਨਹੀਂ ਨਿਕਲ ਪਾ ਰਹੇ ਸੀ, ਫੈਕਟਰੀ 'ਚ ਕੰਮ ਕਰਦੇ ਹੈ, ਫੈਕਟਰੀ ਬੰਦ ਹੋ ਗਈ ਹੈ, ਆਪਣੀ ਦੁਕਾਨ ਹੈ, ਦੁਕਾਨ ਬੰਦ ਹੈ, ਉਨ ਸਾਰੇ ਲੋਕਾਂ ਨੇ ਜਿਤਨੀ ਵੀ ਸਾਨੂੰ ਕੰਸੈਸ਼ਨ ਮੰਗਿਆ ਅਸੀਂ ਉਹਨੂੰ ਸਾਰਿਆਂ ਨੂੰ ਪੂਰਾ ਕੰਸੈਸ਼ਨ ਦੇ ਦਿੱਤਾ ਜਿਤਨਾ ਉਹਨਾਂ ਨੇ ਮੰਗਿਆ। ਜਿੰਨੀ ਦੇਰ ਸਕੂਲ ਬੰਦ ਰਿਹਾ ਅਸੀਂ ਉਹਨਾਂ ਨੂੰ ਫੀਸ ਚਾਰਜ ਨਹੀਂ ਕੀਤੀ, ਉਹਨਾਂ ਨੂੰ ਫ੍ਰੀ ਅਸੀਂ ਪੜ੍ਹਾਉਂਦੇ ਰਹੇ। ਸੋ ਇਸ ਸਾਰੇ ਉਸ ਨਾਲ ਸਿਸਟਮ ਨਾਲ ਇਹ ਹੋਇਆ ਕਿ ਆਰਥਿਕ ਰੂਪ 'ਤੇ ਵੀ ਕ੍ਰਾਈਸਿਸ ਨਹੀਂ ਆਇਆ ਸੰਸਥਾ ਨੂੰ, ਹੋਰ ਪੜ੍ਹਾਈ ਵੀ ਬੱਚਿਆਂ ਦੀ ਹੁੰਦੀ ਰਹੀ। ਸਿਰਫ ਇਤਨਾ ਹੈ ਕਿ ਸਾਡਾ ਜਿਹੜਾ ਜਦ ਤੱਕ ਇਹ ਸਿਸਟਮ ਇਸਟੈਬਲਿਸ਼ ਹੋਇਆ ਜੀ ਕਿ ਵੀ ਇਹ ਹੋ ਜਾਏ, ਤਦ ਤੱਕ ਉਹ 1-2 ਮਹੀਨੇ ਲੱਗ ਗਏ ਇਸ ਨੂੰ ਸ਼ੁਰੂ ਕਰਨ 'ਚ ਸਾਰੇ ਫਾਈਨੈਂਸ਼ੀਅਲ ਸਿਸਟਮ ਨੂੰ। ਅਤੇ ਸਾਨੂੰ ਬਾਹਰਲੇ ਸਾਡੇ ਜਿਤਨੇ ਵੀ ਸੰਗਤ ਹੈਗੀ USA ਵਿੱਚ ਹੈ, ਇੰਗਲੈਂਡ ਵਿੱਚ ਹੈ, ਉਹਨਾਂ ਨੇ ਵੱਧ ਚੜ੍ਹ ਕੇ ਸਾਨੂੰ ਪੂਰੀ ਸਪੋਰਟ ਕੀਤੀ। ਇਸ ਦਾ ਸਾਨੂੰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਰੀ ਸੰਗਤ ਦਾ ਕਿ ਉਹ ਜਿਹੜਾ ਇਨੀਸ਼ੀਅਲ ਸਾਡਾ ਕ੍ਰਾਈਸਿਸ ਸੀਗਾ ਉਹ ਪੂਰਾ ਹੋ ਗਿਆ। ਸੈਕੰਡਲੀ ਹੈਰਾਨਗੀ ਦੀ ਗੱਲ ਇਹ ਹੈ ਕਿ ਚਾਹੇ ਇਹ ਕ੍ਰਾਈਸਿਸ ਹੋ ਗਿਆ ਪਰ ਬੈਂਕਾਂ ਤੋਂ ਜੋ ਅਸੀਂ ਕਰਜ਼ਾ ਲਿਆ ਹੋਇਆ ਸੀ ਉਹਨਾਂ ਨੇ ਸਾਨੂੰ ਛੂਟ ਨਹੀਂ ਦਿੱਤੀ, ਉਹ ਤਾਂ ਆਪਣਾ ਹਿਸਾਬ ਮੰਗਦੇ ਰਹੇ ਜੀ। ਸੋ ਉਹ ਜਿਹੜਾ ਲੋਨ ਪੇ ਕਰਨਾ ਸੀਗਾ ਉੱਥੇ ਵੀ ਸਾਨੂੰ ਬੜੀ ਮਦਦ ਮਿਲੀ, ਜੋ ਸਾਨੂੰ ਬਾਹਰਲੀ ਸੰਗਤ ਨੇ ਜੋ ਸਪੋਰਟ ਕੀਤਾ।
ਤੇ ਇਹ ਬੜੇ ਕ੍ਰਿਟੀਕਲ ਟਾਈਮ ਸੀ ਜੀ, ਇਸ 'ਚੋਂ ਸਾਡੇ ਮਹਾਰਾਜ ਨੇ ਲੰਘਾ ਦਿੱਤਾ ਸਮਾਂ। ਉਹ ਐਜੂਕੇਸ਼ਨ ਨੂੰ ਲੈ ਕੇ ਸਾਡੀਆਂ ਫਿਊਚਰ ਪਲੈਨਿੰਗਸ ਕੀ ਨੇ? ਮੈਨੂੰ ਅੱਜ ਹੀ ਪਤਾ ਲੱਗਿਆ ਕਿ ਅਸੀਂ ਐਨਡੀਏ ਦੀਆਂ ਵੀ ਕਲਾਸਾਂ ਸ਼ੁਰੂ ਕੀਤੀਆਂ ਨੇ। ਸਾਡੀ ਇੱਕ ਬੱਚੀ ਨੇ ਐਨਡੀਏ ਦਾ ਐਗਜ਼ਾਮ ਵੀ ਕਲੀਅਰ ਕੀਤਾ, ਹਾਲੇ ਉਹਨੇ ਇੰਟਰਵਿਊ ਲਈ ਜਾਣਾ ਹੈ। +2 ਦੀ ਵਿਦਿਆਰਥਣ ਹੈ, ਇੱਥੇ ਪੜ੍ਹ ਰਹੀ ਹੈ ਸਾਡੀ ਉਹ। ਅਤੇ ਹੋਰ ਚੁੰਨੀ ਕਲਾਂ ਦੀ ਅਕੈਡਮੀ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਐਨਡੀਏ ਦੀ ਬਕਾਇਦਾ ਕੋਚਿੰਗ ਦੀ ਜਿਹੜੀ ਉਹ ਪ੍ਰੋਸੈਸ ਸ਼ੁਰੂ ਹੋ ਗਿਆ। ਇਸ ਤੋਂ ਬਿਨਾਂ ਸਾਡੇ ਫਿਊਚਰ ਡਿਜ਼ਾਇਰਸ ਔਰ ਫਿਊਚਰ ਪਲੈਨਿੰਗਸ ਕੀ ਨੇ ਐਜੂਕੇਸ਼ਨ ਸਿਸਟਮ ਨੂੰ ਲੈ ਕੇ? ਜਿੱਦਾਂ ਤੁਸੀਂ ਮੈਨੂੰ ਬੜੀ ਕਮਾਲ ਦੀ ਗੱਲ ਕਿ ਅਸੀਂ ਤਾਂ ਹਿਊਮਨ ਬੀਇੰਗ ਪੈਦਾ ਕਰਨੇ ਨੇ। ਸਾਡਾ ਮਕਸਦ ਉਹਨਾਂ ਨੂੰ ਮਟੀਰੀਅਲਿਸਟਿਕ ਬਣਾਉਣਾ ਨਹੀਂ ਹੈ, ਪਦਾਰਥਵਾਦੀ ਨਹੀਂ ਬਣਾਉਣਾ ਹੈ। ਅਸੀਂ ਉਹਨਾਂ ਨੂੰ ਸਿਰਫ ਮਸ਼ੀਨ ਨਹੀਂ ਬਣਾਉਣਾ ਪੈਸੇ ਕਮਾਉਣ ਦੀ। ਮਨੁੱਖ ਕਿੱਦਾਂ ਪੈਦਾ ਕਰਨੇ ਨੇ? ਕਿਹੜੀਆਂ ਨਵੀਆਂ ਪਲੈਨਿੰਗਸ ਹੋਣਗੀਆਂ ਵੀਰ ਜੀ, ਜਿਹਦੇ ਨਾਲ ਅਸੀਂ ਮਤਲਬ ਨਵਾਂ ਕੁਛ ਜੋਨਰ ਦੇਖਣ ਨੂੰ ਮਿਲਾਂਗੇ ਅਕਾਲ ਅਕੈਡਮੀਜ਼ ਦੇ ਵਿੱਚ ਜਾਂ ਬੜੂ ਸਾਹਿਬ ਦੇ ਵਿੱਚ? ਅਸੀਂ ਹੁਣ ਜੋ ਸਾਨੂੰ ਸਮੱਸਿਆ ਜੋ ਪੂਰੇ ਪੰਜਾਬ 'ਚ ਆ ਰਹੀ ਹੈ ਕਿ ਜਿਹੜਾ ਪੰਜਾਬ ਦਾ ਯੂਥ ਹੈ ਉਹ ਬੜਾ ਡਿਸਹਾਰਟਨ ਹੋਇਆ ਹੈ ਜੌਬ ਓਪਰਚੁਨਿਟੀਜ਼ ਤੋਂ। ਇੱਕ ਜਨਰਲੀ ਇਹ ਹਵਾ ਜੀ ਹੋ ਗਈ ਹੈ ਪੂਰੇ ਪੰਜਾਬ ਵਿੱਚ ਕਿ ਨੌਕਰੀਆਂ ਨਹੀਂ ਹੈਗੀਆਂ ਤੇ ਕੈਨੇਡਾ ਚਲੋ। ਉਸ ਦੇ ਕਾਰਨ ਸਮੱਸਿਆ ਇਹ ਆ ਰਹੀ ਹੈ ਕਿ ਸਾਡਾ ਦੇਖੋ, ਜੇ ਅਸੀਂ ਪਿਛਲੇ 3 ਦੇਖੀਏ ਡੈਕੇਡਸ, ਹਾਂ 3 ਡੈਕੇਡਸ ਦੇਖੀਏ ਆਪਾਂ, ਤੇ ਇੱਕ ਜਨਰੇਸ਼ਨ ਚਲੀ ਗਈ ਸਾਡੀ ਜਦ ਇਹ ਮੂਵਮੈਂਟ ਸੀਗੀ, ਜਦੋਂ ਦੋਨੋਂ ਮੂਵਮੈਂਟਸ ਆਈਆਂ। ਉਧਰੋਂ 70s ਦਾ ਨਕਸਲਾਈਟ ਚੱਲਿਆ ਤੇ ਉਧਰੋਂ 84 ਜਿਹੜਾ ਸਾਡੇ ਨਾਲ ਘੱਲੂਘਾਰੇ ਹੋਇਆ, ਇੱਕ ਜਨਰੇਸ਼ਨ ਉੱਥੇ ਸਾਡੀ ਖਤਮ ਹੋ ਗਈ। ਬਿਲਕੁਲ। ਤੇ ਦੂਸਰੀ ਜਨਰੇਸ਼ਨ ਸਾਡੀ ਉਸ ਤੋਂ ਬਾਅਦ ਨਸ਼ਾ ਆ ਗਿਆ ਜੀ। ਬਿਲਕੁਲ। ਨਸ਼ੇ ਵਿੱਚ ਬਹੁਤ ਨੁਕਸਾਨ ਹੋਇਆ ਸਾਡੀ ਜਨਰੇਸ਼ਨ ਦਾ, ਯੂਥ ਸਾਰਾ ਉੱਥੇ ਖਰਾਬ ਹੋ ਗਿਆ। ਤੇ ਇਹ ਹੁਣ ਤੀਸਰੀ ਜਨਰੇਸ਼ਨ ਸਾਡੀ ਇਹ ਇੱਥੇ ਰਹਿਣ ਦੀ ਬਜਾਏ ਬਾਹਰ ਜਾ ਰਹੀ ਹੈ। ਬੇਰੁਜ਼ਗਾਰੀ, ਜ਼ਮੀਨਾਂ ਵੇਚ ਕੇ ਬੱਚੇ ਬਾਹਰ ਜਾ ਰਹੇ ਹਨ। ਸੋ ਜਿਸ ਕੌਮ ਦੀਆਂ, ਜਿਸ ਰੀਜਨ ਦੀਆਂ 3 ਜਨਰੇਸ਼ਨਸ ਖਤਮ ਹੋ ਜਾਣ, ਉਹ ਅਸੀਂ ਇਮੈਜਿਨ ਕਰ ਸਕਦੇ ਹਾਂ ਕਿਤਨਾ ਖੋਖਲਾ ਹੋ। ਬਿਲਕੁਲ। ਸੋ ਸਾਡੀ ਇਸ ਟਾਈਮ ਇਹ ਸਾਡੀ ਲੱਗ ਰਹੀ ਹੈ, ਪੂਰੀ ਜ਼ੋਰ ਲੱਗ ਰਿਹਾ ਸਾਡਾ। ਹੋਰ ਸੈਕਿੰਡ ਪ੍ਰੋਬਲਮ ਇਹ ਹੈ ਕਿ ਉੱਥੇ ਜਦ ਬੱਚਾ ਜਾਂਦਾ ਹੈ, ਹਾਂਜੀ, ਉੱਥੇ ਪੀਅਰ ਗਰੁੱਪ ਜਿਸ ਤਰ੍ਹਾਂ ਦਾ ਉਸਨੂੰ ਮਿਲਦਾ ਹੈ ਜੀ, ਉਸਦੀ ਐਸਪੀਰੇਸ਼ਨ ਹੀ ਇਤਨੀ ਰਹਿ ਜਾਂਦੀ ਹੈ ਕਿ ਮੈਂ ਲੇਬਰ ਦਾ ਕੰਮ ਕਰ ਲਾਂ ਜਾਂ ਟਰੱਕ ਡਰਾਈਵਰ, ਮੈਕਸੀਮਮ ਟਰੱਕ ਡਰਾਈਵਰ ਬਣ ਜਾਵਾਂ। ਜੀ ਬਿਲਕੁਲ। ਸਾਡੇ ਬ੍ਰਾਈਟ ਬੱਚੇ ਜਿਹੜੇ ਕਿ 10ਵੀਂ ਕਲਾਸ ਵਿੱਚ 90% ਤੱਕ ਮਾਰਕਸ ਲੈ ਕੇ ਪਾਸ ਹੁੰਦੇ ਹੈ, ਉਹਨਾਂ ਦਾ ਵੀ ਲਾਈਫ ਦਾ ਆਬਜੈਕਟਿਵ ਇਹ ਹੋ ਜਾਂਦਾ ਹੈ ਕਿ ਮੈਂ ਬਾਹਰ ਜਾ ਕੇ ਸੈਟਲ ਕਰ ਜਾਵਾਂ। ਹੁਣ ਸਿਸਟਮ ਐਸਾ ਹੈ ਕਿ ਉੱਥੇ 4 ਸਾਲ ਤੱਕ ਤੁਹਾਨੂੰ ਉਹ PR ਨਹੀਂ ਦਿੰਦੇ। ਬਿਲਕੁਲ ਜੀ। ਤੇ 4 ਸਾਲਾਂ ਵਿੱਚ ਵਿਰਲਾ ਹੀ ਕੋਈ ਬੱਚਾ ਹੈ ਜਿਹੜਾ ਕਿ ਉਸਨੂੰ ਸਸਟੇਨ ਕਰਕੇ ਉਸ ਤੋਂ ਬਾਅਦ ਯੂਨੀਵਰਸਿਟੀ ਐਜੂਕੇਸ਼ਨ ਲੈਂਦਾ। ਜੀ ਬਿਲਕੁਲ। ਸੋ ਸਾਰੇ ਅਸੀਂ ਬੱਚਿਆਂ ਨੂੰ ਹੁਣ ਇਹੀ ਅਪੀਲ ਕਰਦੇ ਹਾਂ, ਜਿਤਨੇ ਸਾਡੇ ਬੱਚੇ 9ਵੀਂ 10ਵੀਂ 11ਵੀਂ 12ਵੀਂ ਵਿੱਚ ਹੈ, ਕਿ ਬਈ ਬਾਹਰ ਜਾਣਾ ਤਾਂ ਅਸੀਂ ਤੁਹਾਨੂੰ ਰੋਕਦੇ ਨਹੀਂ। ਪਹਿਲਾਂ ਅਸੀਂ ਉਹਨੂੰ ਇਹ ਕਹਿੰਦੇ ਸੀ ਤੁਸੀਂ ਬਾਹਰ ਨਹੀਂ ਜਾਣਾ, ਇੱਥੇ ਵੀ ਓਪਰਚੁਨਿਟੀਜ਼ ਹੈ, ਇੱਥੇ ਵੀ ਨੌਕਰੀਆਂ ਹੈ। ਤੁਹਾਡੇ ਵਰਗੇ ਬ੍ਰਾਈਟ ਬੱਚੇ ਜਦੋਂ ਅੱਛੀ ਉੱਚ ਕੋਟੀ ਦੀ ਵਿੱਦਿਆ ਮਿਲ ਰਹੀ ਹੈ, ਉਹਨਾਂ ਵਾਸਤੇ ਓਪਰਚੁਨਿਟੀ ਇੱਥੇ ਵੀ ਬਹੁਤ ਹੈ ਜੀ। ਪਰ ਹੁਣ ਅਸੀਂ ਦੇਖਿਆ ਕਿ ਉਸ ਗੱਲ ਨੂੰ ਉਹ ਪੀਅਰ ਪ੍ਰੈਸ਼ਰ ਇਤਨਾ ਹੈ ਜੀ, ਬਿਲਕੁਲ, ਕਿ ਇਸ ਗੱਲ ਨੂੰ ਬੱਚੇ ਪਰਸੀਵ ਹੀ ਨਹੀਂ ਕਰ ਪਾ ਰਹੇ, ਰਿਸੀਵ ਹੀ ਨਹੀਂ ਕਰ ਪਾ ਰਹੇ। ਹੁਣ ਅਸੀਂ ਉਹਨਾਂ ਨੂੰ ਇਹ ਸਮਝਾਉਂਦੇ ਹਾਂ ਕਿ ਤੁਸੀਂ ਬਾਹਰ ਜਾਣਾ ਤਾਂ ਬਾਈ ਜ਼ਰੂਰ ਜਾਓ, ਪਰ ਇੱਥੋਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਕਰਕੇ ਜਾਓ ਜੀ। ਇਹ ਸਾਡਾ ਆਬਜੈਕਟਿਵ ਹੈ ਕਿ ਜੇ ਬੱਚਾ ਇੱਥੋਂ ਪੋਸਟ ਗ੍ਰੈਜੂਏਸ਼ਨ ਕਰਕੇ ਜਾਂਦਾ ਹੈ ਔਰ ਉੱਥੇ ਜਾ ਕੇ ਜਿਤਨਾ ਉਸਦਾ ਖਰਚਾ, ਉੱਥੇ ਜਾ ਕੇ 12ਵੀਂ ਤੋਂ ਬਾਅਦ ਜਾ ਕੇ ਉੱਥੇ ਡਿਪਲੋਮਾ ਕਰਨ ਤੋਂ ਬਾਅਦ, ਉਸ ਤੋਂ ਬਾਅਦ ਜੋ ਟਾਈਮ 2 ਸਾਲ ਲਗਾਉਂਦਾ ਹੈਗਾ, ਨੌਕਰੀ ਕਰਦਾ ਹੈਗਾ, 4 ਸਾਲ ਜੋ ਵੇਸਟ ਕਰਦਾ ਹੈ, ਜੇ ਉਹ ਸਮਾਂ ਉਸਦਾ ਬਚ ਜਾਂਦਾ ਹੈ, ਉਸੇ ਸਮੇਂ ਦੌਰਾਨ ਉੱਥੇ ਜਾ ਕੇ ਉਹ PhD ਕਰ ਲੈਂਦਾ ਹੈ। ਸੋ ਉਹ ਹਾਇਰ ਲੈਵਲ 'ਤੇ ਉੱਥੇ ਸ਼ੁਰੂ ਕਰੇਗਾ। ਜੋ ਉਸਨੇ ਇੱਥੇ ਘਰ ਨੂੰ ਸਪੋਰਟ ਕਰਨਾ ਹੈ ਉਹ ਮਚ ਬੈਟਰ ਹੋਏਗਾ। ਇੱਥੇ BA MA ਕਰਨੀ ਬਹੁਤ ਸਸਤੀ ਹੈ, ਬਹੁਤ ਸਸਤੀ ਹੈ ਜੀ, ਉੱਥੇ ਬਹੁਤ ਮਹਿੰਗੀ ਹੈ। ਸੋ ਸਾਰੇ ਬੱਚਿਆਂ ਨੂੰ ਅਸੀਂ ਹੁਣ ਇਹੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਸਕੂਲਾਂ ਵਿੱਚ ਕਿ ਬਈ ਤੁਸੀਂ ਜੇ ਬਾਹਰ ਜਾਣਾ ਸੋ ਤੁਹਾਨੂੰ ਰੋਕਦੇ ਨਹੀਂ, ਜ਼ਰੂਰ ਜਾਓ, ਪਰ ਵਿੱਦਿਆ ਲੈ ਕੇ ਜਾਓ, ਐਟਲੀਸਟ ਗ੍ਰੈਜੂਏਟ ਬਣ ਕੇ ਜਾਓ, ਇਫ ਨਾਟ ਪੋਸਟ ਗ੍ਰੈਜੂਏਟ, ਤਾਂ ਕਿ ਉੱਥੇ ਤੁਸੀਂ ਐਟ ਅ ਹਾਇਰ ਲੈਵਲ ਆਫ ਸੁਸਾਇਟੀ ਤੁਸੀਂ ਸ਼ੁਰੂ ਕਰੋ। ਦੂਸਰਾ ਸਾਡਾ ਇਹ ਇੱਕ ਮਨ 'ਚ ਹੁੰਦੀ ਹੈ ਇੱਛਾ ਕਿ ਜੇ ਬੱਚੇ ਸਾਡੇ ਕੋਲ ਹੋਰ ਰਹਿ ਜਾਣਗੇ। ਦੇਖੋ ਪਹਿਲਾਂ ਅਸੀਂ ਸਕੂਲ ਸਿਸਟਮ ਬਣਾਇਆ ਸੀ ਸਿਰਫ ਜੀ, ਉਸ ਤੋਂ ਬਾਅਦ ਸੰਗਤ ਨੇ ਆ ਕੇ ਮਹਾਂਪੁਰਸ਼ਾਂ ਨੂੰ ਅਰਜ਼ੋਈਆਂ ਕੀਤੀਆਂ ਕਿ ਮਹਾਰਾਜ ਤੁਸੀਂ ਸਕੂਲ ਤੇ ਬਣਾ ਲਏ, ਪਰ ਇਸ ਵਾਤਾਵਰਨ ਦੀ ਯੂਨੀਵਰਸਿਟੀਆਂ ਨਹੀਂ ਹੈ ਸਾਡੇ ਕੋਲ, ਯੂਨੀਵਰਸਿਟੀਆਂ ਬਣਾਓ ਜੀ। ਬਿਲਕੁਲ। ਸੋ ਮਹਾਰਾਜ ਨੇ ਹੁਣ
इतना पंथ का पैसा खर्च करके 2 यूनिवर्सिटियां खड़ियां कर दईयां। तकरीबन इन 2 यूनिवर्सिटियां बनाने 150-200 करोड़ रुपया खर्च हो गया है संस्था का खर्चा। संस्था की जिहड़ी शख्सियत है, संस्था की जिहड़ी स्ट्रेंथ है, वो संगत की स्ट्रेंथ है, संगत का पैसा है, पंथ का पैसा है जो इत्थे इन्वैसट हो गया है। ये इट्टां रोड़े सब लगे हैगे। इन बिल्डिंगां दा तां ही फायदा है जे साडे बच्चे सड़ी पनीरी इन्हां च आके विद्यालय और इन्हां तो सीख के कुछ अपना जीवन संवारे, बाकी दुनिया का जीवन संवारे। जी बिल्कुल। तो जे साडे बच्चे इत्थों छोड़ के उत्थे जाके 3rd रेट यूनिवर्सिटीज़ विच ग्रेजुएशन कर रहे हैं, इत्थे इतनी अच्छी अपॉर्चुनिटी मिली हुई है, वो छोड़ के उत्थे घरां विच उत्थे कॉलेज खुल गए हैं कैनेडा विच। बिल्कुल खुले जी, बिल्कुल ये रियलिटी सच्ची है। सो उस तरह की एजुकेशन ले रहे हैं। ये हीरा छड्ड के ते उत्थे कोडियां इकट्ठियां कर रहे हैं। सो ये असीं चाहुंदे हां कि हुण साडे बच्चे इत्थे रहन, ग्रेजुएशन जरूर करन, पोस्ट ग्रेजुएशन करन, और जिहड़े बच्चे कोई कॉम्पीटेटिव एग्जाम विच हिस्सा लेना चाहुंदे हैगे उन्हां वास्ते जी साडी अकाल यूनिवर्सिटी तलवंडी साबो है, उत्थे बकायदा जिस टाइम बच्चा उत्थे ग्रेजुएशन की क्लास ज्वाइन करता है तो नाल ही असीं उसनों IAS की UPSC एग्जाम पास करन दी ट्रेनिंग उसकी शुरू कर देंगे, एक्स्ट्रा कोचिंग लगाते हैं। सो बच्चे 4 बजे क्लासां खत्म करन तो बाद फिर उत्थे कोचिंग अटेंड करते हैं शाम के 8-9 बजे तक। बहुत मेहनत चल रही है जी, ताकि साढ़े बच्चे जड़े कि अच्छे करैक्टर वाले हैं, जिन्हां दी अच्छी सोच है, निरोल बच्चे उन्हां दी सोच है, सो वो बच्चे साढ़े पंजाब विच सर्विसेज दे विच आउण, सेवावां दे विच अफसर लगन, ताकि जड़े भी अफसरशाही उत्थे हैगी उन्हां दे मन विच करुणा होए, प्यार होए, सेवा करन दा जोश होए। मैं ना दर्शकों के ध्यान दस दिना, जी गल बाबा जी ने कही है उही गल मैं 1-2 दिन पहला अकाल यूनीवर्सिटी गुरु काशी तख्त श्री दमदमा साहब तलवंडी साबो की धरती ते देख के आया। मैनू उत्थे विद्यार्थी मिले ने जिहड़े विद्यार्थी अपनी रैगूलर पढ़ाई तो बाद UPSC की तैयारी कर रहे हैं, उस वल वध रहे हैं कि आने वाले दिनों के विच, आने वाले कुछ एक सालों के विच ही सानू अकाल यूनीवर्सिटी तो निकले हुए विद्यार्थी सिविल सेवावां दे विच अपनी सेवा निभाते हुए नज़र आउणगे। दूसरी महत्वपूर्ण गल तुहाडे नाल साझी कर रहे हैं क्योंकि असीं सीधे तौर दे उत्ते यूनीवर्सिटियां नाल जुड़े हुए हैं। JRF जूनीयर रिसर्च फैलोशिप और NET का एग्जाम, नैशनल एलिजिबिलिटी टैसट, इस दी तैयारी दे लई बच्चे जदों ट्यूशन लाउंदे ने जां IAS की तैयारी लिए जदों विद्यार्थी ट्यूशन लाउंदे ने तो ਲੱਖਾਂ रुपया फीस खर्च करनी पैंदी है। ਇਹ ਸਾਡਾ ਆਪਣਾ ਤਜਰਬਾ ਹੈ, ਸਾਡੇ ਆਲੇ ਦੁਆਲੇ ਦਾ ਤਜਰਬਾ ਹੈ। ਪਰ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਤੁਸੀਂ ਵਿਜ਼ਿਟ ਕਰੋ, ਆਪਣੇ ਬੱਚਿਆਂ ਨੂੰ ਲੈ ਕੇ ਜਾਓ, ਤੁਹਾਨੂੰ ਪਤਾ ਲੱਗੇਗਾ ਕਿ ਰੈਗੂਲਰ ਪੜ੍ਹਾਈ ਦੇ ਨਾਲ ਨਾਲ ਉੱਥੇ ਤੁਹਾਨੂੰ ਇਹ ਸੇਵਾਵਾਂ ਬਿਲਕੁਲ ਫ੍ਰੀ ਨੇ। ਜਿੱਥੇ ਲੱਖਾਂ ਰੁਪਏ ਦੀ ਫੀਸ ਦੇਣੀ ਪੈਂਦੀ ਹੈ, ਬਿਲਕੁਲ ਫ੍ਰੀ, ਕਿਉਂਕਿ ਸੇਵਾ ਭਾਵ ਹੈ। ਇੱਕ ਬੜੀ ਨਿਵੇਕਲੀ ਗੱਲ ਹੋਰ ਪਤਾ ਲੱਗੀ ਸੀ, ਮੈਂ ਉਸ ਦਾ ਪ੍ਰੈਕਟੀਕਲ ਦੇਖ ਕੇ ਆਇਆ ਜੀ, कि श्री गुरु ग्रंथ साहब स्टडीज़ BA ऑनर्स जी है वो दुनिया की इक्को एक साडी संस्था है अकाल यूनीवर्सिटी तलवंडी साबो, जिहड़ा कोर्स आपां ने ऑफर किया होया, उहदे बारे उहदी सोच निवेकला वो किद्दां आया जी? वो ऑब्जेक्टिव ये है जी कि जिहड़े साडे प्रचारक वीर हैगे जो प्रचार करते हैगे, सो साडे मन सी कि क्योंकि जे असी एक तो प्रचार पंजाब विच करना है, हिंदुस्तान च करना है, दूसरा प्रचार जो बाहरले मुल्कां विच करना है, सो साडे बच्चों नूं उस तरह वो साइंटिफिक ज्ञान भी होए ते नाल नाल बाहरलियां भाषावां विच भी उन्हां दी थोड़ी जी कॉम्पीटेंस होए ताकि वो अंग्रेज़ी में जाके बाहरले मुल्कां विच प्रचार कर सकन। सो इस वास्ते ये इस ऑब्जेक्टिव नाल कोर्स शुरू कीता सी ते बड़ा अच्छा चल रहा जी। ये एक मेरा इस सवाल मैं ज़रूर मेरे मन दे विच आउंदा कि जेकर कोई विदेश तो आके इत्थे पढ़ना चाहे अकाल अकैडमी दे विच, स्कूल दे विच या यूनीवर्सिटी दे विच, तां उन्हां लई साडे बूहे की दरवाजे किस तरीके नाल खुलदे आ? मतलब फॉरनर कोई स्टूडेंट विद्यार्थी साडे कोल आके सिੱਖਿਆ ग्रहण करनी चाहे तो वापस जाके अपने देश दे विच वो सर्विसेज अपनी सेवावां दे सकदा कि साडे बूहे खुले ने, असीं उन्हां नूं सुविधावां प्रदान कराउने आ? हाँ जी, हुण ते पिछले जद इकनॉमिक क्राइसिस होया सीगा 2009-10 विच USA विच, उस तो पहलां ते तकरीबन अकाल अकैडमी बड़ू साहब विच 100 बाहरला विद्यार्थी विद्या लै रहा सीगा जी। सो तकरीबन 10% विद्यार्थी बाहरले सी उस टाइम।
ਫਿਰ ਜਦ ਇਕਨੋਮਿਕ ਕ੍ਰਾਈਸਿਸ ਆਇਆ ਤਾਂ ਉਸ ਤੋਂ ਬਾਅਦ ਫਿਰ ਉਹ ਪ੍ਰੋਪੋਰਸ਼ਨ ਘਟ ਗਈ। ਪਰ ਹੁਣ ਵੀ ਸਾਡੇ ਕੋਲ ਬਾਹਰਲੇ ਵਿਦਿਆਰਥੀ ਹਨ ਜੋ ਕਿ ਮੇਨਲੀ USA ਤੋਂ ਹਨ, ਜਾਂ ਕੁਝ ਵਿਦਿਆਰਥੀ ਸਿੰਗਾਪੁਰ ਤੋਂ, ਹਾਂਗਕਾਂਗ ਤੋਂ, ਇੱਥੋਂ ਦੇ ਬੱਚੇ ਆ ਕੇ ਸਾਡੇ ਕੋਲ ਪੜ੍ਹ ਰਹੇ ਹਨ। ਦੁਬਈ ਤੋਂ ਜੀ ਉਹ ਬੱਚੇ ਆ ਕੇ ਸਾਡੇ ਕੋਲ ਵਿੱਦਿਆ ਲੈ ਰਹੇ ਹਨ ਸਕੂਲ ਵਿੱਚ। ਸੋ ਯੂਨੀਵਰਸਿਟੀਆਂ ਵਿੱਚ ਅਜੇ ਬਾਹਰਲੇ ਵਿਦਿਆਰਥੀ, ਇੱਕ ਲੜਕੀ ਸਾਡੇ ਇੱਥੇ USA ਦੀ ਲੜਕੀ ਨਰਸਿੰਗ ਦਾ ਕੋਰਸ ਕਰਕੇ ਗਈ ਸੀ ਸਾਡੇ, ਉਹ ਸ਼ਾਇਦ ਫਸਟ ਜਾਂ ਸੈਕਿੰਡ ਬੈਚ ਵਿੱਚ ਆਈ ਸੀ। ਹੁਣ ਉੱਥੇ ਜਾ ਕੇ USA ਵਿੱਚ ਉਹ ਨਰਸ ਲੱਗੀ ਹੋਈ ਹੈ। ਪਰ ਸਾਡੇ ਦਰਵਾਜ਼ੇ ਖੁੱਲ੍ਹੇ ਹਨ ਜੀ, ਜੋ ਵੀ ਆ ਕੇ ਇੱਥੇ ਕਿਸੇ ਕਿਸਮ ਦਾ ਕੋਰਸ ਕਰਨਾ ਚਾਹੇ ਤੇ ਉਹ ਜ਼ਰੂਰ ਕਰੇ। ਖਾਸ ਤੌਰ 'ਤੇ ਮੈਂ ਕਿਉਂਕਿ ਇਹ ਆਪ ਜੀ ਦਾ ਚੈਨਲ ਬਾਹਰਲੇ ਬੱਚੇ ਵੀ ਇਸ ਨੂੰ ਦੇਖਦੇ ਹਨ, ਅਤੇ ਜਿਹੜਾ ਸਾਡਾ ਨਰਸਿੰਗ ਦਾ ਪ੍ਰੋਗਰਾਮ ਹੈ ਉਹ ਅਮੰਗ ਨਾਰਥ ਇੰਡੀਆ ਬੈਸਟ ਪ੍ਰੋਗਰਾਮ ਮੰਨਿਆ ਜਾਂਦਾ ਹੈ ਜੀ। ਬਹੁਤ ਜਿਹੜੇ ਇੱਥੇ ਵੈਲ ਇਸਟੈਬਲਿਸ਼ਡ ਇੰਸਟੀਟਿਊਸ਼ਨ ਉਹਨਾਂ ਤੋਂ ਵੀ ਚੰਗਾ ਮੰਨਿਆ ਜਾਂਦਾ ਹੈ। ਅਤੇ ਅਸੀਂ ਤਾਂ ਇਹ ਇਨਵਾਈਟ ਕਰਾਂਗੇ ਕਿ ਬਹੁਤ ਹੀ ਘੱਟ ਖਰਚੇ ਵਿੱਚ ਜੇ ਬਾਹਰਲੇ ਬੱਚੇ ਚਾਹਣ ਤਾਂ ਇੱਥੇ ਆ ਕੇ ਨਰਸਿੰਗ ਸਾਡੇ ਨਾਲ ਕਰ ਸਕਦੇ ਹਨ, ਅਤੇ ਉਸ ਤੋਂ ਬਾਅਦ ਜਾ ਕੇ ਉਹ ਉੱਥੇ ਆਪਣੇ ਮੁਲਕਾਂ ਵਿੱਚ ਜਾ ਕੇ ਉੱਥੇ ਦਾ ਜੋ ਐਂਟਰੈਂਸ ਐਗਜ਼ਾਮ ਹੁੰਦਾ ਹੈ ਪਾਸ ਕਰਨਾ, ਐਂਕਲੈਕਸ ਐਗਜ਼ਾਮ ਹੁੰਦਾ ਹੈ, ਉਹ ਕੈਨੇਡਾ ਔਰ USA ਉਹ ਐਗਜ਼ਾਮ ਉਹਨਾਂ ਨੇ ਪਾਸ ਕਰਨਾ ਹੁੰਦਾ ਹੈ, ਅਤੇ ਉਸ ਤੋਂ ਬਾਅਦ ਉਹ ਜੁਆਇਨ ਕਰ ਸਕਦੇ ਹਨ। UK ਵਿੱਚ ਤਾਂ ਐਗਜ਼ਾਮ ਹੋਰ ਵੀ ਸੌਖਾ ਹੈਗਾ ਨਰਸਿੰਗ ਦਾ ਜੀ। ਜਿਹੜਾ ਅਮਰੀਕਨ ਔਰ ਕੈਨੇਡੀਅਨ ਐਗਜ਼ਾਮ ਹੈ ਨਰਸਿੰਗ ਦਾ, ਉੱਥੇ ਦਾ ਜੋ ਸਿਸਟਮ ਹੈ ਥੋੜ੍ਹਾ ਜਿਹਾ ਉਹ ਐਗਜ਼ਾਮ ਟਫ ਹੈ, ਪਰ ਜਿਹੜੀ ਬੇਸਿਕ ਡਿਗਰੀ 'ਤੇ ਜੋ ਖਰਚਾ ਹੋਏਗਾ ਉਹ ਬਾਹਰ ਨਾਲੋਂ ਮੈਨੂੰ ਲੱਗਦਾ ਹੈ ਸ਼ਾਇਦ 10ਵਾਂ ਹਿੱਸਾ ਹੋਏ। ਸੋ ਇਹ ਬੜੀ ਅੱਛੀ ਓਪਰਚੁਨਿਟੀ ਹੋਏਗੀ ਕਿ ਬਾਹਰਲੇ ਬੱਚੇ ਆ ਕੇ ਅਤੇ ਸਾਡੇ ਕੋਲ ਇਹ ਕੋਰਸਿਸ ਕਰਨ ਔਰ ਜਾਣ। ਔਰ ਮੈਂ ਇਸ ਗੱਲ ਦੇ ਵਿੱਚ ਇੱਕ ਗੱਲ ਹੋਰ ਇਨਕਲੂਡ ਕਰ ਦਿੰਦਾ, ਜਿੱਦਾਂ ਬਾਬਾ ਜੀ ਨੇ ਗੱਲ ਕੀਤੀ, ਨਰਸਿੰਗ ਇੱਕ ਐਸਾ ਕਿੱਤਾ ਹੈ ਜਿਹੜਾ ਜਿਹਦੀ ਬਹੁਤ ਜ਼ਿਆਦਾ ਡਿਮਾਂਡ ਹੈ। ਜੇਕਰ ਤੁਸੀਂ ਐਜੂਕੇਸ਼ਨ ਅਕਾਲ ਯੂਨੀਵਰਸਿਟੀ ਬੜੂ ਸਾਹਿਬ ਤੋਂ ਲੈਂਦੇ ਹੋ ਆ ਕੇ, ਤੁਹਾਡੀ ਐਜੂਕੇਸ਼ਨ ਦਾ ਮਤਲਬ ਉੱਥੇ ਨਾਲੋਂ ਸਿਰਫ 10ਵਾਂ ਹਿੱਸਾ ਖਰਚ ਹੋ ਰਿਹਾ, ਅਤੇ ਆਕੂਪੇਸ਼ਨ ਦੇ ਮਾਮਲੇ ਦੇ ਵਿੱਚ ਜਾ ਕੇ ਤੁਸੀਂ ਕਿੱਤਾ ਮੁਖੀ ਹੋਣ ਦੇ ਮਾਮਲੇ ਦੇ ਵਿੱਚ ਤੁਸੀਂ ਉਸ ਦੇਸ਼ ਦੇ ਵਿੱਚ ਜਾ ਕੇ ਸੇਵਾ ਨਿਭਾ ਸਕਦੇ ਹੋ। ਬਾਬਾ ਜੀ ਅਖੀਰਲੇ ਪੜਾਅ 'ਤੇ ਪਹੁੰਚ ਗਏ ਆਪਾਂ ਬਿਲਕੁਲ। ਵਿਦੇਸ਼ਾਂ ਦੇ ਵਿੱਚ ਵਸਦੀ ਸੰਗਤ ਜਿਹੜੀ ਅਕਸਰ ਇੱਥੇ ਆਪਣੇ ਨਾਲ ਜੁੜਦੀ ਹੈ, ਬਹੁਤੇ ਨਹੀਂ ਵੀ ਆ ਪਾਏ ਹਾਲੇ ਤੱਕ, ਵਿਜ਼ਿਟ ਨਹੀਂ ਕਰ ਪਾਏ, ਸਬੱਬ ਕਈ ਵਾਰ ਨਹੀਂ ਬਣਦਾ, ਵਾਹਿਗੁਰੂ ਨਹੀਂ ਬਣਾਉਂਦਾ, ਉਹਨਾਂ ਲਈ ਤੁਹਾਡੇ ਵੱਲੋਂ ਸੁਨੇਹੇ ਦੇ ਰੂਪ ਦੇ ਵਿੱਚ, ਤੁਹਾਡੇ ਵੱਲੋਂ ਸ਼ਬਦ ਰੂਪ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦਾਸ ਸਿਰਫ ਇਹੀ ਬੇਨਤੀ ਕਰੇਗਾ ਜੀ ਕਿ ਇਹ ਜੋ ਸੰਸਥਾ ਚੱਲ ਰਹੀ ਹੈ ਇਹ ਸੰਤ ਅਤਰ ਸਿੰਘ ਮਹਾਰਾਜ ਜੀ ਮਸਤੂਆਣੇ ਵਾਲਿਆਂ ਦੀ ਸੰਪਰਦਾ ਹੈ। ਮਹਾਰਾਜ ਦਾ ਇਹ ਆਸ਼ਾ ਸੀ ਕਿ ਅਸੀਂ ਅੱਛੇ ਇਨਸਾਨ ਪੈਦਾ ਕਰਨੇ ਹਨ। ਸੰਤ ਜੀ ਮਹਾਰਾਜ ਦੇ ਇਹ ਬਚਨ ਸੀ ਕਿ ਆਉਣ ਵਾਲਾ ਯੁੱਗ ਸਾਇੰਸ ਦਾ ਯੁੱਗ ਹੈ। ਇਹ ਮੈਂ ਗੱਲ ਕਰ ਰਿਹਾ 1910-11 ਦੇ ਆਸ-ਪਾਸ ਦੀ, ਅਤੇ ਸਾਇੰਸਦਾਨਾਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਉਹਨਾਂ ਦੇ ਮਨ ਵਿੱਚ ਮਾਨਵਤਾ ਵਾਸਤੇ ਪਿਆਰ ਹੋਏ ਜੀ, ਨਹੀਂ ਤੇ ਉਹ ਇਸ ਤਰ੍ਹਾਂ ਦੀ ਕਾਢਾਂ ਕੱਢਣਗੇ ਕਿ ਦੁਨੀਆ ਕਈ ਵਾਰੀ ਨਸ਼ਟ ਕਰ ਦੇਣਗੇ। ਜਿੱਥੇ ਆਪਾਂ ਖੜ ਗਏ ਹਾਂ, ਆ ਕੇ ਖੜਾ ਦਿੱਤਾ ਸਾਨੂੰ। ਅਸੀਂ ਦੇਖਿਆ ਕਿ ਜੋ ਸੰਤਾਂ ਨੇ ਬਚਨ ਕੀਤੇ ਸੀ 1906 ਵਿੱਚ ਜਾਂ 1910 ਵਿੱਚ, ਉਹ ਸਾਕਾਰ ਹੋ ਗਏ ਸੈਕੰਡ ਵਰਲਡ ਵਾਰ ਦੇ ਦੌਰਾਨ, ਜਦ ਅਮਰੀਕਾ ਨੇ ਜਾਪਾਨ ਦੇ ਉੱਪਰ ਨਿਊਕਲੀਅਰ ਵੈਪਨਸ ਇਸਤੇਮਾਲ ਕੀਤੇ। ਹੁਣ ਤੱਕ ਅਸੀਂ ਉਸ ਦਾ ਦੇਣਾ ਦੇ ਰਹੇ ਹਾਂ, ਹੁਣ ਤੱਕ ਅਸੀਂ ਭੁਗਤ ਰਹੇ ਹਾਂ ਉਹ ਜੋ ਨੁਕਸਾਨ ਹੋਇਆ ਸੀ। ਸੋ ਇਹ ਸੰਤਾਂ ਦੀ ਵਿਜ਼ਨ ਸੀ ਕਿ ਅਧਿਆਤਮਕ ਵਿਦਿਆ ਬਹੁਤ ਜ਼ਰੂਰੀ ਹੈ ਇੱਕ ਬੱਚੇ ਨੂੰ ਸਿੱਖਿਆ ਦੇਣ ਵਾਸਤੇ। ਦਾਸ ਦੀ ਇੱਕ ਫੀਲਿੰਗ ਹੋਰ ਵੀ ਹੈ ਕਿ ਕਈ ਅਸੀਂ ਮਜ਼ਹਬਾਂ ਵਿੱਚ ਦੇਖਿਆ, ਹਿਸਟੋਰੀਕਲੀ ਵੀ ਦੇਖ ਲਈਏ, ਜਿਹੜਾ ਈਸਾਈ ਮਜ਼ਹਬ ਹੈ ਉਹ 1 AD ਤੋਂ ਲੈ ਕੇ 0 BC ਤੋਂ ਲੈ ਕੇ ਅਤੇ 1200 AD ਤੱਕ ਇਤਨਾ ਜ਼ਿਆਦਾ ਉਸ ਵਿੱਚ ਗਿਰਾਵਟ ਆ ਗਈ ਸੀ ਕਿ ਫਿਰ ਰੈਨੇਸੈਂਸ ਦਾ ਪੀਰੀਅਡ ਆਇਆ, ਜਦ ਦੁਬਾਰਾ ਉਹਨਾਂ ਨੇ ਉਸ ਨੂੰ ਰੀਡਿਫਾਈਨ ਕੀਤਾ ਫੇਥ ਨੂੰ। ਇਸੀ ਤਰ੍ਹਾਂ ਅਸੀਂ ਹੋਰ ਮਜ਼ਹਬਾਂ ਵਿੱਚ ਵੀ ਦੇਖ ਲਿਆ ਹੈ ਕਿ ਬਈ ਅਸੀਂ ਜੇ ਕਿ ਉਹ ਗਿਰਾਵਟ ਆ ਜਾਂਦੀ ਹੈ, ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਅਧਿਆਤਮ ਦੀ ਸਿੱਖਿਆ ਦੇਣ ਦੀ, ਉਹ ਆਪਣੀ ਜ਼ਿੰਮੇਵਾਰੀ ਤੋਂ ਹਟ ਜਾਂਦੇ ਹਨ
ਔਰ ਆਮ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਦਿੰਦੇ ਜੀ ਹਨ। ਬਿਲਕੁਲ ਜੀ ਬਿਲਕੁਲ। ਸੋ ਇਸ ਵਾਸਤੇ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਬੱਚਿਆਂ ਨੂੰ ਅਧਿਆਤਮ ਦੇ ਨਾਲ ਜੋੜੀਏ ਤਾਂ ਕਿ ਉਹ ਸਮਝ ਸਕਣ ਕਿ ਜੋ ਉਹਨਾਂ ਨੂੰ ਸਿੱਖਿਆ ਕੋਈ ਹੋਰ ਬੰਦਾ ਦੇ ਰਿਹਾ ਹੈ, ਕੋਈ ਹੋਰ ਉਹਨਾਂ ਨੂੰ ਗਲਤ ਰਾਹ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਉਸ ਤੋਂ ਉਹ ਚੌਕੰਨੇ ਰਹਿ ਸਕਣ। ਸਾਡਾ ਤਾਂ ਆਬਜੈਕਟਿਵ ਇਹ ਹੈ ਕਿ ਹਰ ਬੱਚਾ ਚਲਦਾ ਫਿਰਦਾ ਪ੍ਰਚਾਰਕ ਹੋਏ, ਚਲਦਾ ਫਿਰਦਾ ਉਹ ਗੁਰਦੁਆਰਾ ਹੋਏ। ਸਾਡੀ ਇਹ ਇੱਛਾ ਹੈ। ਅਨਫੋਰਚੂਨੇਟਲੀ ਸਾਡੇ ਜਿਹੜਾ ਕਨਸਟੀਟਿਊਸ਼ਨ ਵਿੱਚ ਇਹ ਆ ਗਿਆ ਹੈ ਕਿ ਵੀ ਅਸੀਂ ਕਿਸੇ ਵੀ ਮਜ਼ਹਬ ਦੀ ਜਾਂ ਅਧਿਆਤਮ ਦੀ ਵਿਦਿਆ ਸਰਕਾਰੀ ਸਕੂਲ ਵਿੱਚ ਨਹੀਂ ਦੇਣੀ। ਇਹ ਸਾਡੇ ਮਤਲਬ ਉਹ ਹੈਗਾ ਵੀ ਤੁਸੀਂ ਕਿਸੇ ਵੀ ਇੱਕ ਰਿਲੀਜਨ ਨੂੰ ਦੀ ਐਜੂਕੇਸ਼ਨ ਤੁਸੀਂ ਨਹੀਂ ਦੇ ਸਕਦੇ। ਉਸ ਦਾ ਰਿਜ਼ਲਟ ਕੀ ਹੋਇਆ ਕਿ ਰਿਲੀਜੀਅਸ ਐਜੂਕੇਸ਼ਨ ਜਾਂ ਸਪਿਰਿਚੁਅਲ ਐਜੂਕੇਸ਼ਨ ਸਕੂਲਾਂ ਤੋਂ ਬਿਲਕੁਲ ਖਤਮ ਹੋ ਗਈ ਹੈ। ਜਿਹੜਾ ਸਾਡੀ ਐਜੂਕੇਸ਼ਨ ਦੀ ਫਾਊਂਡੇਸ਼ਨ ਬਣਨੀ ਸੀ, ਬਿਲਕੁਲ ਅਧਿਆਤਮ ਫਾਊਂਡੇਸ਼ਨ ਹੈ, ਉਸ ਦੇ ਉੱਪਰ ਦੁਨਿਆਵੀ ਵਿਦਿਆ ਅਸੀਂ ਰੱਖਣੀ ਹੈ। ਅੱਛਾ ਬੱਚਾ ਇਨਸਾਨ ਬਣ ਗਿਆ, ਉਸ ਦੇ ਮਨ ਵਿੱਚ ਕਰੁਣਾ ਹੈ, ਪਿਆਰ ਹੈ ਲੋਕਾਈ ਵਾਸਤੇ। ਉਸ ਤੋਂ ਬਾਅਦ ਚਾਹੇ ਉਹ ਸਾਇੰਟਿਸਟ ਬਣੇ, ਚਾਹੇ ਉਹ ਡਾਕਟਰ ਬਣੇ, ਚਾਹੇ ਇੰਜੀਨੀਅਰ ਬਣੇ, ਚਾਹੇ ਟ੍ਰੇਡਰ ਬਣੇ, ਚਾਹੇ ਮੈਨੂਫੈਕਚਰਰ ਬਣੇ, ਜੋ ਵੀ ਕੰਮ ਕਰੇਗਾ ਉਸ ਦਾ ਬੇਸਿਕ ਰਹੇਗਾ ਕਿ ਮੈਂ ਪਰਉਪਕਾਰ ਕਰਨਾ ਹੈ, ਬਾਕੀ ਲੋਕਾਂ ਨੂੰ ਸੰਭਾਲਣਾ ਹੈ। ਹੁਣ ਜੇ ਅਸੀਂ ਫਾਊਂਡੇਸ਼ਨ ਖਤਮ ਕਰ ਦਿੱਤੀ, ਸਿਰਫ ਇਹ ਦੇ ਦਿੱਤਾ ਉਸ ਨੂੰ ਨੌਲੇਜ ਟੂ ਅਰਨ ਅ ਲਾਈਵਲੀਹੁੱਡ, ਬਸ ਪੈਸੇ ਕਮਾਉਣ ਦਾ ਇੱਕ ਸਾਧਨ ਉਸ ਨੂੰ ਬਣਾਤਾ, ਮਸ਼ੀਨ ਬਣਾ ਦਿੱਤਾ, ਤੇ ਫਿਰ ਉਹ ਆਪਣੇ ਬੱਚਿਆਂ ਦਾ ਤੱਕ ਹੀ ਉਹਨਾਂ ਦੇ ਵਾਸਤੇ ਪਦਾਰਥ ਇਕੱਠੇ ਕਰਨ ਤੱਕ ਸੀਮਿਤ ਰਹਿ ਜਾਏਗਾ। ਔਰ ਫਿਰ ਉਸ ਦਾ ਧਿਆਨ ਵੀ ਹਟੇਗਾ, ਉਹ ਗਰੀਡ ਵਿੱਚ ਫਸ ਜਾਏਗਾ। ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ, ਪੜ੍ਹਿਆ ਮੂਰਖ ਆਖੀਏ ਜਿਤ ਲਬ ਲੋਭ ਅਹੰਕਾਰ। ਉਹ ਪੜ੍ਹਿਆ ਹੋਇਆ ਬੰਦਾ ਮੂਰਖ ਹੈਗਾ ਜੇ ਉਸਦੇ ਮਨ ਵਿੱਚ ਗਰੀਡ, ਅਟੈਚਮੈਂਟ ਔਰ ਵੈਨਿਟੀ ਇਹ ਹੈ। ਜਿਹੜੀ ਦੁਨਿਆਵੀ ਵਿਦਿਆ ਹੈ ਇਹ ਸਾਨੂੰ ਇਹੀ ਚੀਜ਼ਾਂ ਸਿਖਾਉਂਦੀ ਹੈ। ਸਾਨੂੰ ਪੈਸੇ ਕਮਾਉਣ ਦਾ ਸਾਨੂੰ ਸਾਧਨ ਦੇ ਦਿੰਦੀ ਹੈ। ਅਸੀਂ ਹੁਣ ਦੇਖ ਲਈਏ ਜਿਹੜੀ ਸਾਡੀ ਚੋਣਵੀਆਂ ਜਿਹੜੀ ਸੰਸਥਾਵਾਂ ਹਨ, ਆਲ ਇੰਡੀਆ ਇੰਸਟੀਚਿਊਟ ਹੈ ਜਾਂ IIT ਹੈਗੀਆਂ, ਉਹਨਾਂ ਵਿੱਚ ਸਕਸੈਸ ਦਾ ਜੋ ਡੈਫੀਨੇਸ਼ਨ ਕੀ ਹੈ ਕਿ ਉਹ ਐਡਵਰਟਾਈਜ਼ ਇਹ ਕਰਦੇ ਹੈ ਕਿ ਸਾਡਾ ਜਿਹੜਾ ਬੱਚੇ ਪਾਸ ਆਊਟ ਹੋ ਕੇ ਗਏ ਹੈ ਉਹਨਾਂ ਦਾ ਸਾਲ ਦਾ ਪੈਕੇਜ ਹੀ ਇਤਨੇ ਕਰੋੜ ਦਾ ਹੈਗਾ। ਬਿਲਕੁਲ। ਸੋ ਸਕਸੈਸ ਅਸੀਂ ਇਸ ਗੱਲ ਤੋਂ ਮੈਜਰ ਕਰਨ ਲੱਗ ਪਏ ਹਾਂ ਕਿ ਇਹ ਬੱਚਾ ਕਿਤਨੇ ਪੈਸੇ ਕਮਾਏਗਾ ਵਿਦਿਆ ਲੈਣ ਤੋਂ ਬਾਅਦ। ਅਸੀਂ ਇਹ ਨਹੀਂ ਸਿਖਾਉਂਦੇ ਕਿ ਬਈ ਇਹ ਬੱਚਾ ਸਾਡੇ ਦੇਖੋ ਜੀ ਇਤਨੇ ਬੱਚੇ ਪਾਸ ਆਊਟ ਹੋਏ ਤੇ ਇਤਨੇ ਬੱਚਿਆਂ ਨੇ ਆਪਣੇ ਪਰਿਵਾਰ ਨੂੰ, ਮਾਤਾ ਪਿਤਾ ਨੂੰ ਸੰਭਾਲ ਲਿਆ, ਬਜ਼ੁਰਗ ਹੋਏ ਜਦੋਂ, ਤੇ ਨਾਲ ਹੀ ਹੋਰ ਲੋਕਾਂ ਨੂੰ ਵੀ ਸੰਭਾਲ ਲਿਆ। ਦਿਸ ਇਜ਼ ਪ੍ਰੈਕਟੀਕਲ ਥਿੰਗ। ਬਹੁਤ ਹੀ ਸੱਚੀ ਘਟਨਾ, ਬਹੁਤ ਸੱਚੀ ਗੱਲ ਜੀ। ਪਲੀਜ਼ ਕੰਟੀਨਿਊ। ਸੋ ਅਸੀਂ ਇਹ ਇਸ ਵਾਸਤੇ ਬਹੁਤ ਜ਼ਰੂਰੀ ਹੈ, ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਬੱਚਿਆਂ ਨੂੰ ਪਰਮਾਰਥ ਨਾਲ ਜੋੜੀਏ, ਅਧਿਆਤਮ ਨਾਲ ਜੋੜੀਏ, ਤਾਂ ਹੀ ਅਸੀਂ ਇਹ ਜਿਹੜਾ ਸਾਰੇ ਜਿਤਨੇ ਵੀ ਸੇਵਾਦਾਰ ਹੈ ਜੋ ਬਾਬਾ ਜੀ ਦੇ ਨਾਲ ਜੁੜੇ ਹੋਏ ਹਨ, ਉਹ ਸਾਰਾ ਸਾਡੀ એનર્ਜੀ ਸੇ ਜਾ ਰਹੀ ਹੈ ਕਿ ਅਸੀਂ ਬੱਚਿਆਂ ਵਿੱਚ ਇਹ ਗੁਰਮਤਿ ਐਜੂਕੇਸ਼ਨ, ਜਿਹੜੀ ਅਧਿਆਤਮਿਕ ਵਿਦਿਆ ਹੈ, ਸਪਿਰਿਚੁਅਲ ਐਜੂਕੇਸ਼ਨ ਹੈ, ਇਸ ਨੂੰ ਅਸੀਂ ਪ੍ਰਦਾਨ ਕਰੀਏ ਤਾਂ ਕਿ ਉਹ ਅੱਛੇ ਇਨਸਾਨ ਬਣ ਸਕਣ ਔਰ ਦੁਨੀਆ ਵਿੱਚ ਪਿਆਰ ਦਾ ਮੈਸੇਜ, ਸਰਬੱਤ ਦੇ ਭਲੇ ਦਾ ਮੈਸੇਜ, ਇਹ ਮੈਸੇਜ ਨੇ। US ਤੇ UK ਲਈ ਖਾਸ ਸੁਨੇਹਾ, ਕਿਉਂਕਿ US ਵਾਲੇ ਤੇ UK ਵਾਲੇ ਖਾਸ ਤੌਰ ਦੇ ਉੱਤੇ ਚਾਹੁੰਦੇ ਹੁੰਦੇ ਆ ਕਿ ਅਕਾਲ ਅਕੈਡਮੀ ਤੋਂ ਕੋਈ ਨਾ ਕੋਈ ਸੁਨੇਹਾ ਉਹਨਾਂ ਲਈ ਜ਼ਰੂਰ ਪਹੁੰਚੇ। ਦਾਸ ਦੋ ਬੇਨਤੀਆਂ ਕਰੇਗਾ ਜੀ। ਇੱਕ ਬੇਨਤੀ ਤੇ ਕਿ ਜਿਸ ਤਰ੍ਹਾਂ ਦਾਸ ਨੇ ਪਹਿਲਾਂ ਕਿਹਾ ਸੀਗਾ ਕਿ ਸਾਡਾ ਆਨਲਾਈਨ ਐਜੂਕੇਸ਼ਨ ਦਾ ਪ੍ਰੋਗਰਾਮ ਸੀਗਾ ਜਿੱਥੇ ਕਿ ਬਾਹਰਲੇ ਬੱਚੇ ਕਰ ਰਹੇ ਸੀ, ਉਹ ਜਦ ਅੱਗੇ ਵਧਿਆ ਪ੍ਰੋਗਰਾਮ ਤੇ ਸਾਨੂੰ ਫਿਰ ਉੱਥੋਂ ਬੇਨਤੀ ਕੀਤੀ ਜਸਪਾਲ ਵੀਰ ਜੀ ਨੇ ਤੇ ਮੁਕਤਾ ਭੈਣ ਜੀ ਨੇ ਕਿ ਅਸੀਂ ਪੰਜਾਬੀ ਪੜ੍ਹਾਈਏ ਬੱਚਿਆਂ ਨੂੰ ਜੀ, ਜਿਹੜੇ US ਦੇ ਵਿੱਚ ਜਾਂ UK ਦੇ ਵਿੱਚ। ਹਾਂਜੀ, ਸੋ ਉਹ ਸਾਡੀਆਂ ਰੈਗੂਲਰ ਕਲਾਸਿਸ ਪੰਜਾਬੀ ਦੀਆਂ ਚੱਲ ਰਹੀਆਂ ਹਨ। ਤਕਰੀਬਨ 9-10 ਬੈਚ ਅਸੀਂ ਸ਼ੁਰੂ ਕਰ ਲਏ ਸੀ
ਅਸੀਂ ਸਾਰੇ ਵੀਰਾਂ ਭੈਣਾਂ ਨੂੰ ਅਸੀਂ ਇਹੀ ਬੇਨਤੀ ਕਰਾਂਗੇ, ਜਿਤਨੀ ਮਾਈ ਭਾਈ ਉੱਥੇ ਹੈ, ਕਿ ਆਪਣੇ ਬੱਚਿਆਂ ਨੂੰ ਇਹ ਓਪਰਚੁਨਿਟੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਹ ਜੋ ਸਾਡਾ ਵਿਰਸਾ ਹੈ ਪੰਜਾਬੀ ਸਿੱਖਣ ਦਾ, ਜੋ ਇਹ ਓਪਰਚੁਨਿਟੀ ਹੈ, ਇਹ ਜ਼ਰੂਰ ਅਵੇਲ ਕਰੀਏ। ਅਸੀਂ ਟਾਈਮਿੰਗ ਕਲਾਸਿਸ ਇਸ ਤਰ੍ਹਾਂ ਰੱਖੀਆਂ ਹਨ ਕਿ ਬੱਚਿਆਂ ਦੇ ਉਹਨਾਂ ਦੀ ਰੈਗੂਲਰ ਜੋ ਸਕੂਲਸ ਹਨ ਉਹ ਉਸ ਦੀ ਰੂਟੀਨ ਵਿੱਚ ਉਹ ਡਿਸਟਰਬੈਂਸ ਨਹੀਂ ਕ੍ਰੀਏਟ ਕਰਦੀਆਂ, ਤਾਂ ਉਸ ਤੋਂ ਬਾਅਦ ਸਕੂਲ ਤੋਂ ਬਾਅਦ ਹੀ ਇਹ ਕਲਾਸਾਂ ਬੱਚੇ ਅਟੈਂਡ ਕਰ ਲੈਂਦੇ ਹਨ, ਅਤੇ ਇਹ ਅਸੀਂ ਬੱਚਿਆਂ ਨਾਲ ਵਿਰਸੇ ਨਾਲ ਜੋੜੀਏ। ਦੂਸਰਾ ਜੋ ਮੈਸੇਜ ਦਾਸ ਹੱਥ ਬੰਨ੍ਹ ਕੇ ਹਮੇਸ਼ਾ ਹੀ ਬੇਨਤੀ ਕਰਦਾ ਹੈ, ਫਿਰ ਹੱਥ ਬੰਨ੍ਹ ਕੇ ਬੇਨਤੀ ਕਰ ਰਿਹਾ ਹੈ ਕਿ ਇਹ ਜਿਤਨੇ ਸਾਰੇ ਕਾਰਜ ਮਹਾਂਪੁਰਸ਼ਾਂ ਨੇ ਸ਼ੁਰੂ ਕੀਤੇ ਹਨ, ਇਹ ਤਾਂ ਹੀ ਸਫਲੇ ਹੋਣਗੇ ਜੇ ਹਰ ਸਿੱਖ, ਹਰ ਪੰਜਾਬੀ ਇਹ ਸਮਝ ਲਏ ਕਿ ਇਹ ਕਿਸੇ ਦੀ ਪ੍ਰਾਈਵੇਟ ਸੰਸਥਾ ਨਹੀਂ ਹੈ, ਇਹ ਗੁਰੂ ਘਰ ਦੀ ਸੰਸਥਾ ਹੈ, ਔਰ ਆਬਜੈਕਟਿਵ ਇੱਕੋ ਹੈ, ਅੱਛੇ ਇਨਸਾਨ ਪੈਦਾ ਕਰਨਾ। ਆਪ ਜੀ ਦਾ ਦਸਵੰਧ ਕੱਢਣਾ, ਜਿਤਨਾ ਵੀ ਤੁਸੀਂ ਕੰਟਰੀਬਿਊਟ ਕਰੋ ਦਸਵੰਧ ਕੱਢੋ, ਅਤੇ ਉਹ ਜੇ ਸਾਨੂੰ ਤੁਸੀਂ ਕੰਟਰੀਬਿਊਸ਼ਨ ਦੋਗੇ ਤੇ ਸਾਡੇ ਜੋ ਬਾਕੀ ਜੋ ਮਹਾਂਪੁਰਸ਼ਾਂ ਦੀ ਜੋ ਨੇ ਸੇਧ ਦਿੱਤੀ ਹੋਈ ਹੈ, ਜੋ ਅਸੀਂ ਟਾਰਗੇਟਸ ਪੂਰੇ ਕਰਨੇ ਹਨ, ਉਹ ਅਸੀਂ ਪੂਰੇ ਕਰ ਸਕਾਂਗੇ। ਇੱਕ ਤੇ ਸਾਡੇ ਸਕੂਲਸ, ਜਿਸ ਤਰ੍ਹਾਂ ਦਾਸ ਨੇ ਪਹਿਲਾਂ ਵੀ ਕਦੀ ਕਿਹਾ ਸੀਗਾ ਕਿ ਸਕੂਲ ਸਾਡੇ ਹਰ ਸਾਲ ਅਸੀਂ ਇੱਕ ਕਲਾਸ ਐਡ ਕਰਦੇ ਹਾਂ। ਸੋ ਹੁਣ ਜਿਹੜੇ ਅਸੀਂ ਸਕੂਲ ਸ਼ੁਰੂ ਕੀਤੇ ਸੀ 2013-14 ਦੇ ਆਸ-ਪਾਸ, ਉਹ ਸਾਰੇ ਸਕੂਲ ਹੁਣ ਸੈਕੰਡਰੀ ਲੈਵਲ 'ਤੇ ਪਹੁੰਚ ਰਹੇ ਹਨ, 9ਵੀਂ 10ਵੀਂ ਤੱਕ ਪਹੁੰਚ ਗਏ ਹਨ। ਉਹਨਾਂ ਦੀ ਅਸੀਂ ਐਫੀਲੀਏਸ਼ਨ ਕਰਾਉਣੀ ਹੈ। ਸਕੂਲ ਦੀ ਐਫੀਲੀਏਸ਼ਨ ਵੇਲੇ ਤਕਰੀਬਨ 1 ਕਰੋੜ ਰੁਪਏ ਦਾ ਖਰਚਾ ਹੋ ਜਾਂਦਾ ਹੈ। ਲੈਬੋਰੇਟਰੀ ਦੇ ਇਕਵਿਪਮੈਂਟਾਂ, ਲਾਇਬ੍ਰੇਰੀ ਬਣਾਉਣੀ, ਬਿਲਡਿੰਗ ਪੂਰੀ ਕਰਨੀ, ਬਾਹਰੋਂ ਸਕੂਲ ਨੂੰ ਕਰਨਾ। ਸੋ ਉਹ ਸਾਡੇ ਤਕਰੀਬਨ 50 ਸਕੂਲ ਐਫੀਲੀਏਟ ਕਰਨ ਨੂੰ ਅਜੇ ਬਾਕੀ ਹਨ, ਅਤੇ ਅਸੀਂ ਚਾਹਾਂਗੇ ਕਿ ਇਹ ਸਾਡੀ ਜੇ ਆਪ ਜੀ ਦੀ ਜੋ ਕੀਮਤੀ ਕੰਟਰੀਬਿਊਸ਼ਨ ਹੈ ਉਹ ਸਾਨੂੰ ਜੇ ਆਏਗੀ ਤਾਂ ਅਸੀਂ ਇਹ ਕੰਮ ਜਲਦੀ ਕਰ ਸਕਾਂਗੇ, ਨਹੀਂ ਤਾਂ ਇਹ ਡਿਲੇ ਹੋਏ ਜਾ ਰਿਹਾ ਹੈ। ਦੂਸਰਾ ਜੋ ਦਾਸ ਨੇ ਪਹਿਲਾਂ ਵੀ ਅਪੀਲ ਕੀਤੀ ਸੀ, ਅਜੇ ਵੀ ਜਦ ਅਸੀਂ ਇਹ ਸਾਰਾ ਅਕਾਲ ਯੂਨੀਵਰਸਿਟੀ ਬਣਾਈ ਸੀ ਅਤੇ ਉਸ ਵੇਲੇ ਅਸੀਂ 110 ਕਰੋੜ ਰੁਪਇਆ ਕਰਜ਼ਾ ਲਿਆ ਸੀ। ਅਜੇ ਵੀ ਤਕਰੀਬਨ 35-40 ਕਰੋੜ ਰੁਪਇਆ ਕਰਜ਼ਾ ਬਾਕੀ ਹੈ। ਜੇ ਅਸੀਂ ਸਾਰੇ ਮਿਲ ਜੁਲ ਕੇ ਇਹ ਹਿੱਸਾ ਪਾਵਾਂਗੇ ਤਾਂ ਲਾਜ਼ਮੀ ਹੈ ਕਿ ਇਹ ਕਰਜ਼ਾ ਜਲਦੀ ਤੋਂ ਜਲਦੀ ਮੁਕਤ ਹੋ ਜਾਏਗਾ। ਬੜਾ ਅਫਸੋਸ ਆਉਂਦਾ ਹੈ ਇਹ ਸੋਚ ਕੇ ਕਿ ਇੱਕ ਗੁਰੂ ਘਰ ਨੂੰ ਬੈਂਕਾਂ ਤੋਂ ਕਰਜ਼ਾ ਲੈ ਕੇ ਪਰਉਪਕਾਰ ਦੇ ਕੰਮ ਕਰਨੇ ਪੈਣ, ਥੋੜ੍ਹਾ ਜਿਹਾ ਇਹ ਸ਼ੁਭਦਾ ਨਹੀਂ ਹੈਗਾ। ਦਾਸ ਹੱਥ ਬੰਨ੍ਹ ਕੇ ਬੇਨਤੀ ਕਰੇਗਾ, ਇਹ ਫਰਮਾਨ ਹਨ ਗੁਰੂ ਗ੍ਰੰਥ ਸਾਹਿਬ ਵਿੱਚ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਜੇ ਅਸੀਂ ਦਸਵੰਧ ਕੱਢਾਂਗੇ ਤਾਂ ਹੀ ਅਸੀਂ ਜੋ ਗੁਰੂ ਘਰ ਦਾ ਰਸਤਾ ਹੈ, ਅਧਿਆਤਮ ਦਾ ਰਸਤਾ ਹੈ, ਉਹ ਰਸਤਾ ਸਾਨੂੰ ਤਾਂ ਹੀ ਮਿਲੇਗਾ। ਥੋੜ੍ਹੀ ਜਿਹੀ ਪਕੜ ਮਾਇਆ ਤੋਂ ਘਟਾਉਣੀ ਹੀ ਪਏਗੀ, ਤਾਂ ਹੀ ਅਸੀਂ ਇਸ ਰਸਤੇ 'ਤੇ ਚੱਲ ਪਾਵਾਂਗੇ। ਬਿਲਕੁਲ ਸਹੀ। ਬਾਬਾ ਜੀ ਨੇ ਜਿਹੜਾ ਸੁਨੇਹਾ ਦਿੱਤਾ ਹੈ, ਇਸ ਸੁਨੇਹੇ ਨੂੰ ਹੁਣ ਆਪਾਂ ਲੜ ਬੰਨ੍ਹ ਕੇ ਰੱਖਣਾ ਹੈ, ਕਿਉਂਕਿ ਅਸੀਂ ਉਸ ਗੱਲ ਦੇ ਉੱਤੇ ਵੀ ਧਿਆਨ ਦੇਣਾ ਕਿ ਫੈਲੇ ਵਿੱਦਿਆ ਚਾਨਣ ਹੋਏ। ਆਓ ਪੰਜਾਬੀਓ, ਆਪਾਂ ਇਸ ਸੰਸਾਰ ਦੇ ਵਿੱਚ ਵਿੱਦਿਆ ਦਾ ਚਾਨਣ ਫੈਲਾਈਏ, ਜਿਹੜਾ ਪਹਿਲਾਂ ਹੀ ਇੱਕ ਮਸ਼ਾਲ ਦੇ ਰੂਪ ਦੇ ਵਿੱਚ ਅਕਾਲ ਅਕੈਡਮੀਆਂ ਦੀ ਇੱਕ ਚੇਨ ਦੇ ਰਾਹੀਂ ਸਾਡੇ ਕੋਲ ਆ ਰਿਹਾ। ਤਾਂ ਆਓ ਆਪਾਂ ਵੀ ਵੱਧ ਤੋਂ ਵੱਧ ਜਿੰਨਾ ਕੰਟਰੀਬਿਊਟ ਕਰ ਸਕਦੇ ਹਾਂ ਕਰਨਾ ਚਾਹੀਦਾ ਹੈ ਸਾਨੂੰ। ਔਰ ਇੱਕ ਬੇਨਤੀ ਮੈਂ ਹਰ ਵਾਰ ਕਰਦਾ, ਇਸ ਵਾਰ ਫਿਰ ਕਰਦਾ, ਜਿਨ੍ਹਾਂ ਨੇ ਹਾਲੇ ਤੱਕ ਪੰਜਾਬ ਆਉਣ ਤੋਂ ਬਾਅਦ ਅਕਾਲ ਅਕੈਡਮੀਆਂ ਦੇ ਵਿੱਚ ਜਾਂ ਬੜੂ ਸਾਹਿਬ ਦੇ ਵਿੱਚ ਵਿਜ਼ਿਟ ਨਹੀਂ ਕੀਤਾ, ਤਾਂ ਤੁਹਾਨੂੰ ਵਿਜ਼ਿਟ ਜ਼ਰੂਰ ਕਰਨਾ ਚਾਹੀਦਾ। ਤੁਹਾਨੂੰ ਜਾ ਕੇ ਉੱਥੇ ਪ੍ਰੈਕਟੀਕਲ ਕਰਨਾ ਚਾਹੀਦਾ। ਤੁਸੀਂ ਬਠਿੰਡੇ ਜਾਓ ਤਾਂ ਤਲਵੰਡੀ ਸਾਬੋ ਜਾਓ, ਉੱਥੇ ਅਕਾਲ ਯੂਨੀਵਰਸਿਟੀ ਜਾ ਕੇ ਆਓ। ਤੁਸੀਂ ਪੰਜਾਬ ਪਹੁੰਚ ਜਾਂਦੇ ਹੋ, ਕਿਸੇ ਰਮਣੀਕ ਥਾਂ ਦੇ ਉੱਤੇ ਤੁਸੀਂ ਘੁੰਮਣ ਜਾਣਾ ਹੈ, ਤਾਂ ਉਸ ਨਾਲੋਂ ਇੱਕ ਚੰਗਾ ਬਿਹਤਰ ਵਿਕਲਪ ਤੁਹਾਡੇ ਕੋਲੇ ਹੈ ਕਿ ਤੁਸੀਂ ਬੜੂ ਸਾਹਿਬ ਆਓ, ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੀ ਬੈਠੋ, ਅਤੇ ਇੱਥੋਂ ਦੀ ਜਿਹੜੀ ਸਿੱਖਿਆ ਦੀ ਸਾਰੀ ਪ੍ਰਣਾਲੀ ਹੈ ਉਸ ਨੂੰ ਵੀ ਤੁਸੀਂ ਪ੍ਰੈਕਟੀਕਲ ਕਰਕੇ ਜ਼ਰੂਰ ਦੇਖੋ। ਇਹ ਮੇਰੀ ਵੀ ਬੇਨਤੀ ਹੈ ਤੁਹਾਨੂੰ। ਇੱਕ ਮੈਂ ਛੋਟਾ ਜਿਹਾ ਮੈਸੇਜ ਹੋਰ ਦੇਵਾਂਗਾ ਕਿ ਇਹ ਬੜੂ ਸਾਹਿਬ ਵਿੱਚ ਜੋ ਸਾਡਾ ਸਕੂਲ ਹੈ, ਜੋ ਅਕੈਡਮੀ ਹੈ, ਇੱਥੇ 3 ਪ੍ਰੋਗਰਾਮ ਚੱਲ ਰਹੇ ਹਨ ਸਕੂਲ ਬੱਚਿਆਂ ਵਾਸਤੇ। ਇੱਕ ਤਾਂ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਜੋ ਗਵਰਨਮੈਂਟ ਦਾ ਪ੍ਰੋਗਰਾਮ ਹੈ ਉਹ ਚੱਲ ਰਿਹਾ ਜੀ। ਇਸ ਤੋਂ ਇਲਾਵਾ 2 ਬੋਰਡ ਹੋਰ ਚੱਲ ਰਹੇ ਹਨ। ਪ੍ਰਾਇਮਰੀ ਈਅਰਸ ਵਾਸਤੇ PYIB ਇੰਟਰਨੈਸ਼ਨਲ ਬੈਕਲੌਰੇਟ ਪ੍ਰੋਗਰਾਮ, ਉਹ ਵੀ ਚੱਲ ਰਿਹਾ ਛੋਟੇ ਬੱਚਿਆਂ ਵਾਸਤੇ, ਅਤੇ ਵੱਡੇ ਬੱਚਿਆਂ ਵਾਸਤੇ ਕੈਂਬਰਿਜ ਸਿਸਟਮ ਆਫ ਐਗਜ਼ਾਮੀਨੇਸ਼ਨ IGCSE ਉਹ ਪ੍ਰੋਗਰਾਮ ਵੀ ਚੱਲ ਰਿਹਾ। ਸੋ ਜੇ ਬਾਹਰੋਂ ਬੱਚੇ ਆ ਕੇ ਇੱਥੇ ਵਿੱਦਿਆ ਲੈਂਦੇ ਹਨ ਅਤੇ ਉਹ IGCSE ਦਾ ਐਗਜ਼ਾਮ ਦੇ ਕੇ ਬਾਹਰਲੇ ਸਕੂਲਾਂ ਦੇ ਮੁਕੰਮਲ ਸੇਮ ਐਗਜ਼ਾਮ ਇੱਥੇ ਹੋ ਰਿਹਾ ਜੋ ਇੰਗਲੈਂਡ ਵਿੱਚ ਹੋ ਰਿਹਾ ਹੁੰਦਾ। ਸੋ ਇਹ ਓਪਰਚੁਨਿਟੀ ਅਸੀਂ
ਵਿਸ਼ੇਸ਼ ਤੌਰ ਤੇ ਬਾਹਰ ਦੇ ਬੱਚਿਆਂ ਵਾਸਤੇ ਇਹ ਕ੍ਰੀਏਟ ਕੀਤੀ ਹੈ। ਸਾਡੇ ਬੱਚੇ ਵੀ, ਇੰਡੀਅਨ ਦੇ ਬੱਚੇ ਵੀ ਉਸ ਐਗਜ਼ਾਮ ਨੂੰ ਦਿੰਦੇ ਹਨ ਔਰ ਬਹੁਤ ਅੱਛਾ ਉਸ ਵਿੱਚ ਪਰਫਾਰਮ ਕਰ ਰਹੇ ਹੁੰਦੇ ਹਨ। ਬਹੁਤ ਧੰਨਵਾਦ ਬਾਬਾ ਜੀ, ਗੱਲਬਾਤ ਕਰਕੇ ਵੀ ਚੰਗਾ ਲੱਗਿਆ ਔਰ ਤੁਹਾਡੇ ਉੱਤੇ ਇਸ ਵਕਤ ਨਵੇਂ ਸੇਵਾ ਆਈ ਹੈ, ਉਸ ਲਈ ਵੀ ਸ਼ੁਭ ਕਾਮਨਾਵਾਂ ਤੇ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਜੀ। ਮਹਾਪੁਰਸ਼ਾਂ ਦੀ ਬਖਸ਼ਿਸ਼ ਹੈ ਜੀ, ਮਹਾਪੁਰਸ਼ਾਂ ਦੀ ਸੇਧ ਹੈ, ਉਹੀ ਕਰਵਾ ਰਹੇ ਹਨ। ਬਸ ਇਹੀ ਅਸੀਂ ਆਪ ਜੀ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਆਸ਼ੀਰਵਾਦ ਸੰਗਤ ਦਾ ਮਿਲਦਾ ਰਹੇ, ਤਾਂ ਕਿ ਜੋ ਮਹਾਪੁਰਸ਼ਾਂ ਨੇ ਇਹ ਕਾਰਜ ਸ਼ੁਰੂ ਕੀਤੇ ਹਨ ਇਸੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਚੜ੍ਹਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।